ਜਿੱਥੇ ਹੁਣ ਗੁਰੂ ਸਾਹਿਬ ਜੀ ਦੇ ਚਰਨ ਪਏ ਪੁਰਾਣੀਆਂ ਇਮਾਰਤਾਂ ਬੇਅੰਤ ਨੇ। ਕਿਹੜੇ ਗੁਰੂ ਸਾਹਿਬ ਦੀ ਜਿਹੜੀ ਇਮਾਰਤਾਂ ਅੱਜ ਲੱਭ ਨਹੀਂ ਰਹੀਆਂ ਹੈਗੀਆਂ। ਛੋਟੇ ਸਾਹਿਬਜ਼ਾਦਿਆਂ ਦੀ ਖੇੜੀ ਤੋਂ ਹਾਂਜੀ ਉਹ ਚੱਲ ਕੇ ਸਰਹੰਦ ਵੱਲ ਆਉਂਦੇ ਨੇ ਤੇ ਰਸਤੇ ਦੇ ਵਿੱਚ ਕੋਤਵਾਲੀ ਦੇ ਵਿੱਚ ਸਭ ਤੋਂ ਪਹਿਲਾਂ ਉਹ ਮੋਰਿੰਡੇ ਲਿਆਂਦਾ ਜਾਂਦਾ। ਮੋਰਿੰਡੇ ਬਿਲਕੁਲ ਜੀ। ਅੱਜ ਉਹ ਕੋਤਵਾਲੀ ਕਿੱਥੇ ਆ? ਸਿੱਖਾਂ ਦਾ ਫਰਜ਼ ਬਣਦਾ ਸੀ ਕਿ ਜਾਂ ਦੂਜੇ ਜਿਨ੍ਹਾਂ ਦੇ ਕੋਤਵਾਲੀ ਉਹਨਾਂ ਦੀ। ਤੇ ਸਿੱਖਾਂ ਦੇ ਰਾਜ ਵਿੱਚ ਤੇ ਸਿੱਖਾਂ ਨੂੰ ਹੀ ਇਹ ਚੀਜ਼ਾਂ ਸੰਭਾਲਣੀਆਂ ਚਾਹੀਦੀਆਂ। ਯੂਕੇ, ਯੂਰਪ ਅਤੇ ਦੇਸ਼ ਵਿਦੇਸ਼ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕੌਮੀ ਮੁੱਦੇ ਵਿੱਚ ਤੁਹਾਡਾ ਸਵਾਗਤ ਹੈ। ਲੈ ਕੇ ਹਾਜ਼ਰ ਹੋਏ ਹਾਂ ਜੋ ਹਰ ਹਫ਼ਤੇ ਤੁਹਾਡੇ ਨਾਲ ਨਵੇਂ ਵਿਦਵਾਨਾਂ ਦੀ ਵਿਚਾਰ ਲੈ ਕੇ ਤੇ ਨਵੀਂ ਵਿਸ਼ੇ ਤੇ ਅਤੇ ਨਵੀਂ ਹੀ ਸਾਡੀ ਵਿਚਾਰ ਹੁੰਦੀ ਹੈ। ਸੋ ਇਸ ਵਾਰ ਵੀ ਸਾਡੇ ਨਾਲ ਇੱਕ ਨਵਾਂ ਵਿਸ਼ਾ ਤੇ ਨਵੇਂ ਵਿਦਵਾਨ ਪਹੁੰਚੇ ਹੋਏ ਨੇ ਤੇ ਸਾਡਾ ਅੱਜ ਦਾ ਵਿਸ਼ਾ ਬੜਾ ਕਮਾਲ ਹੋਵੇਗਾ। ਸ਼ਾਇਦ ਬਹੁਤ ਸਾਰੀ ਸਿੱਖ ਸੰਗਤ ਇਸ ਵਿਸ਼ੇ ਵਿੱਚ ਬਹੁਤ ਕੁਝ ਸਿੱਖੇਗੀ, ਮੈਨੂੰ ਉਮੀਦ ਹੈ, ਕਿਉਂਕਿ ਸਾਡੀਆਂ ਅੱਜ ਬਹੁਤ ਸਾਰੀਆਂ ਸਿੱਖੀ ਦੀਆਂ ਵਿਚਾਰਧਾਰਾ ਅੰਦਰ ਬਹੁਤ ਬਦਲਾਵ ਆਉਂਦਾ ਜਾ ਰਿਹਾ ਹੈ, ਬੜਾ ਫਰਕ ਪੈਂਦਾ ਜਾ ਰਿਹਾ ਹੈ। ਸੋ ਇਸ ਵਾਰ ਸਾਡੇ ਅੱਜ ਵਿਸ਼ੇ ਵਿੱਚ ਬੜੀ ਵੱਖਰੀ ਵਿਚਾਰ ਹੋਵੇਗੀ। ਸਾਡਾ ਅੱਜ ਦਾ ਵਿਸ਼ਾ ਹੈ ਸਿੱਖੀ ਦੇ ਇਤਿਹਾਸਕ ਅਸਥਾਨਾਂ ਦੀ ਅਲੋਪਤਾ। ਹੁਣ ਉਹ ਇਤਿਹਾਸਕ ਸਥਾਨ ਕਿਹੜੇ ਨੇ ਜਿਨ੍ਹਾਂ ਦੀ ਅਲੋਪਤਾ ਹੌਲੀ ਹੌਲੀ ਬਹੁਤ ਜ਼ਿਆਦਾ ਖਤਮ ਹੁੰਦੀ, ਜਾਂ ਇੰਜ ਕਹਿ ਲਈਏ ਵੀ ਇਤਿਹਾਸਕ ਸਥਾਨ ਖਤਮ ਹੋ ਗਏ। ਉਹ ਕਿਹੜੇ ਹੋਣਗੇ, ਕਿਉਂ ਖਤਮ ਹੋਏ, ਕਿਵੇਂ ਖਤਮ ਹੋ ਰਹੇ ਨੇ ਤੇ ਉਹਨਾਂ ਦਾ ਅਸਰ ਸਾਡੀ ਕੌਮ ਉੱਤੇ ਕੀ ਪਿਆ। ਇਹਨਾਂ ਸਾਰੇ ਹੀ ਸਵਾਲਾਂ ਦਾ ਜਵਾਬ ਸਾਡੇ ਨਾਲ ਅੱਜ ਜੋ ਵਿਦਵਾਨ ਪਹੁੰਚੇ ਨੇ, ਜੁੜੇ ਹੋਏ ਨੇ, ਤੇ ਉਹ ਦੇਣਗੇ। ਤੇ ਮੇਰੇ ਕੋਲ ਸਾਡੇ ਕੋਲ ਇਸ ਵੇਲੇ ਜਿਹੜੇ ਪਹੁੰਚੇ ਨੇ ਵਿਦਵਾਨ ਬੜੇ ਕੌਮ ਦੇ ਮਹਾਨ ਹੀਰੇ ਨੇ ਤੇ ਉਹਨਾਂ ਨੇ ਬੜੇ ਲੰਮੇ ਸਮੇਂ ਸਿੱਖੀ ਦੀ ਵਿਚਾਰ ਨਾਲ ਕਥਾ ਕਰਨ ਤੋਂ ਬਹੁਤ ਟਾਈਮ ਤੋਂ ਸੇਵਾ ਨਿਭਾਉਂਦੇ ਆ ਰਹੇ ਨੇ। ਹਾਂ, ਮੇਰੇ ਕਹਿਣ ਤੋਂ ਭਾਵ ਕਿ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਹਜੂਰੀ ਕਥਾਵਾਚਕ ਖਡੂਰ ਸਾਹਿਬ ਤੋਂ, ਜਿਨ੍ਹਾਂ ਨੇ ਬਹੁਤ ਸਮਾਂ ਸਿੱਖੀ ਦੀ ਸੇਵਾ ਕੀਤੀ। ਸੋ ਭਾਈ ਸਾਹਿਬ ਜੀ ਆਪ ਦਾ ਸਟੂਡੀਓ 'ਚ ਪਹੁੰਚਣ ਤੇ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਿੱਖੀ ਦੇ ਨਾਲ ਗੁਰੂ ਘਰ ਦਾ ਬਹੁਤ ਗੂੜਾ ਸੰਬੰਧ ਹੈ ਤੇ ਜੇ ਇਹ ਗੂੜਾ ਸੰਬੰਧ ਬਣਿਆ ਰਵੇ ਸਿੱਖੀ ਬਰਕਰਾਰ ਰਹੇਗੀ। ਪਰ ਕੀ ਕਾਰਨ ਹੈ ਪੁਰਾਤਨ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਨਾਂ ਦਾ ਪੁਰਾਣਾ ਜਿਹੜਾ ਹਿਸਾਬ ਜਾਂ ਸਿਸਟਮ ਕਹਿ ਲਈਏ, ਜਾਂ ਪੁਰਾਣਾ ਉਹਨਾਂ ਦੀ ਦਿੱਖ ਜਿਹੜੀ ਸੀ ਉਹ ਕਿਵੇਂ ਦੀ ਸੀ ਤੇ ਅੱਜ ਦੀ ਕਿਵੇਂ ਹੋ ਗਈ? ਜਾਂ ਇੰਜ ਸੌਖਾ ਮੈਂ ਇੱਕ ਤੁਹਾਨੂੰ ਪਹਿਲਾਂ ਇਹ ਸਵਾਲ ਕਰ ਦੇਵਾਂ, ਜਿਹੜੇ ਪੁਰਾਣੇ ਗੁਰਦੁਆਰਾ ਸਾਹਿਬ ਸੀ ਜਾਂ ਗੁਰੂ ਸਾਹਿਬ ਦੇ ਵੇਲੇ ਉਹ ਕਿਹੋ ਜਿਹੇ ਹੁੰਦੇ ਸੀ ਤੇ ਅੱਜ ਦੇ ਕਿਹੋ ਜਿਹੇ ਹੋ ਗਏ ਨੇ? ਦੇਖੋ ਜੀ, ਪੁਰਾਤਨ ਜਿਹੜੇ ਗੁਰਦੁਆਰਾ ਸਾਹਿਬ ਸਨ ਹਾਂਜੀ ਯਾਨੀ ਜੀ ਉਹ ਬਿਲਕੁਲ ਐਨ ਸਿੰਪਲ ਇਮਾਰਤ ਸੀ ਜਿਹਨੂੰ ਧਰਮਸ਼ਾਲਾ ਦਾ ਨਾਮ ਦਿੱਤਾ ਜਾਂਦਾ ਸੀ। ਸਭ ਤੋਂ ਪਹਿਲਾਂ ਸਹਿ ਦੇ ਨਾਲ ਇਹਨੂੰ ਗੁਰਦੁਆਰਾ ਸਾਹਿਬ ਅਸੀਂ ਕਹਿਣ ਲੱਗੇ ਹਾਂ। ਗੁਰਦੁਆਰੇ ਦਾ ਜਿਹੜੇ ਅੱਖਰੀ ਅਰਥ ਨੇ ਜਾਂ ਧਰਮਸ਼ਾਲਾ ਦੇ ਅੱਖਰੀ ਅਰਥ ਨੇ ਜਿੱਥੇ ਸਿੱਖਣ ਦੀ ਜਗ੍ਹਾ ਵਾ ਜੀ, ਬਿਲਕੁਲ। ਜਾਂ ਪੰਜਾਬੀ ਵਿੱਚ ਅਸੀਂ ਜਿਹੜਾ ਗੁਰਦੁਆਰਾ ਸਾਹਿਬ ਸ਼ਬਦ ਵਰਤਦੇ ਹਾਂ ਉਹਦਾ ਅਰਥ ਅੱਖਰੀ ਬਣਦਾ ਹੈ ਗੁਰੂ ਦਾ ਦਰ ਜਾਂ ਗੁਰੂ ਦਾ ਦਰਵਾਜ਼ਾ, ਗੁਰੂ ਦਾ ਬੂਹਾ, ਗੁਰੂ ਦਾ ਘਰ। ਤੇ ਪੁਰਾਤਨ ਇਮਾਰਤ ਜਿਹੜੀ ਸੀ ਬਿਲਕੁਲ ਸਿੰਪਲ ਸੀ। ਉਸ ਇਮਾਰਤ ਦੇ ਵਿੱਚ ਧਰਮਸ਼ਾਲਾ ਦਾ ਨਾਂ ਜਾਂ ਗੁਰਦੁਆਰਾ ਸਾਹਿਬ ਦਾ ਨਾਂ ਉਹਨੂੰ ਦਿੱਤਾ ਜਾਂਦਾ ਸੀ ਜਿੱਥੇ ਕੋਈ 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਸਤਿਗੁਰੂ ਸਾਹਿਬ ਦੇ ਕਿਸੇ ਚਰਨ ਪਾਏ ਹੋਣ ਜਾਂ ਕੋਈ ਇਤਿਹਾਸਕ ਘਟਨਾ ਘਟੀ ਹੋਵੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਤੇ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਪ੍ਰਚਾਰ ਪ੍ਰਸਾਰ ਕੀਤਾ ਜਾਏ, ਉਹਨੂੰ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਸੀ। ਪਰ ਇਹਨਾਂ ਜਿਹਨੂੰ ਤੁਸੀਂ ਕਹਿੰਦੇ ਵੀ ਜਿੱਥੇ ਪ੍ਰਕਾਸ਼ ਹੋਵੇ, ਜਿੱਥੇ ਗੁਰੂ ਸਾਹਿਬ ਚਰਨ ਪਏ ਉਹਨੂੰ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ ਹਾਂ ਜੀ। ਇਹਨਾਂ ਗੁਰਦੁਆਰਾ ਸਾਹਿਬ ਜੀ ਦਾ ਉਹਦਾ ਮੁੱਖ ਉਦੇਸ਼ ਕੀ ਸੀ? ਮੁੱਖ ਉਦੇਸ਼ ਸੀ ਵੀ ਸਭ ਤੋਂ ਪਹਿਲਾਂ ਇੱਥੇ ਗੁਰੂ ਘਰ ਦੇ ਵਿੱਚ ਮਨੁੱਖ ਨੂੰ ਰੂਹਾਨੀਅਤ ਜਿਹੜੀ ਆ ਉਹਦੀ ਆਤਮਿਕ ਖੁਰਾਕ ਜਿਹੜੀ ਆ ਸਭ ਤੋਂ ਪਹਿਲਾਂ ਉਹ ਜ਼ਰੂਰੀ ਆ। ਆਤਮਿਕ ਖੁਰਾਕ ਜਿਹੜੀ ਆ ਸਾਡੀ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ, ਕਿਉਂਕਿ ਪਰਮਾਤਮਾ ਦਾ ਨਾਮ ਹੀ ਜਿਹੜਾ ਉਹ ਜਸ ਵਾ, ਸਿਫਤ ਸਲਾਹ ਪਰਮਾਤਮਾ ਨੂੰ ਆਖਿਆ ਜਾਂਦਾ। ਉਸ ਤੋਂ ਨਾਲ ਸਾਹਿਬ ਸੱਚੇ ਪਾਤਸ਼ਾਹ ਨੇ ਇਹਦੇ ਵਿੱਚ ਸਾਨੂੰ ਲੋੜਵੰਦਾਂ ਦੀ ਮਦਦ ਜਿਹੜੀ ਆ ਉਹਦੇ ਵਾਸਤੇ ਪੇਟ ਪੂਰਤੀ ਵਾਸਤੇ ਲੰਗਰਾਂ ਦੀ ਪ੍ਰਥਾ ਜਿਹੜੀ ਸ਼ੁਰੂ ਕੀਤੀ। ਬਿਲਕੁਲ ਜੀ, ਕੀਤੀ ਆ। ਤੇ ਉਹਦੇ ਨਾਲ ਸੰਗਤ ਜਿਹੜੀ ਹੈ, ਸੰਗਤ ਤੇ ਪੰਗਤ
ਇਹਦਾ ਸੁਮੇਲ ਜਿਹੜਾ ਕੀਤਾ ਸੀ ਵੀ ਭੇਦ ਭਾਵ ਵਿਤਕਰਾ ਵੀ ਇੱਥੇ ਮਿਟ ਜਾਏ, ਸਾਡਾ ਜਾਤ ਪਾਤ ਦਾ ਕੋਈ ਭੇਦ ਭਾਵ ਨਾ ਰਹੇ। ਗੁਰੂ ਸਾਹਿਬ ਜੀ ਦਾ ਇੱਕ ਸਾਰਾ ਇੱਕ ਜਿਹੜਾ ਸਿਸਟਮ ਸੀ ਚਲਾਉਣ ਦਾ ਢੰਗ ਸੀ ਵੀ ਇਕੱਠੇ ਹੋ ਕੇ ਚਲਾਈਏ, ਇਕੱਠੇ ਹੋ ਕੇ ਚਲਾਈਏ, ਕੋਈ ਬੰਦਾ ਵਿਤਕਰੇ ਵਾਲੀ ਸੋਚ ਲੈ ਕੇ ਨਾ ਚੱਲੇ। ਮਤਲਬ ਇੰਜ ਕਹਿ ਲਈ ਵੀ ਗੁਰੂ ਸਾਹਿਬ ਜੀ ਦੇ ਅਸਥਾਨ ਤੋਂ ਵਿਤਕਰਾ ਵੀ ਮੁਕਾਉਣ ਦੀ ਸੋਚ ਜਿਹੜੀ ਹੈ ਉਹ ਸਤਿਗੁਰੂ ਸਾਹਿਬ ਮੁਕਾਉਂਦੇ ਨੇ। ਬਿਲਕੁਲ ਜੀ, ਹਾਂਜੀ। ਤੇ ਇਹਦੇ ਨਾਲ ਜਿੱਥੇ ਸੋਚ ਮੁਕਾਉਂਦੇ ਨੇ ਵਿਤਕਰੇ ਵਾਲੀ, ਇਹ ਗੁਰੂ ਅਸਥਾਨ ਜਿਹੜੇ ਧਰਮ ਅਸਥਾਨ ਸੀ, ਧਰਮਸ਼ਾਲਾ ਜਾਂ ਗੁਰਦੁਆਰਾ ਸਾਹਿਬ ਨੇ, ਇਹਨਾਂ ਨੇ ਆਪਣਾ ਹੁਣ ਤੱਕ ਜਿਹੜਾ ਹੈ ਕਿੰਨਾ ਕੁ ਮਨੋਬਲ ਕਾਇਮ ਰੱਖਿਆ ਤੇ ਕਿੰਨਾ ਕੁ ਡਿੱਗ ਪਿਆ? ਦੇਖੋ ਜੀ, ਜੇ ਤੇ ਸਾਡੇ ਕੋਲ ਜੋ ਪੁਰਾਤਨ ਸਿਧਾਂਤ ਗੁਰੂ ਸਾਹਿਬ ਨੇ ਦਿੱਤੇ ਸਨ, ਹਾਂਜੀ, ਉਹ ਸਿਧਾਂਤ ਦੇ ਮੁਤਾਬਕ ਸਿੱਖ ਚੱਲ ਰਿਹਾ ਤੇ ਮਨੋਬਲ ਸਿੱਖ ਦਾ ਬਹੁਤ ਉੱਚਾ ਵਾ। ਅੱਜ ਵੀ ਗੁਰੂ ਸਾਹਿਬ ਦੇ ਨਾਂ ਤੇ ਕੁਰਬਾਨੀਆਂ ਦੀ ਘਾਟ ਨਹੀਂ ਆ ਵੀ ਕੁਰਬਾਨੀਆਂ ਦੇਣ ਤੋਂ ਸਿੱਖ ਸੰਕੋਚ ਨਹੀਂ ਕਰਦੇ। ਬਿਲਕੁਲ ਜੀ। ਪਰ ਜਿਹੜਾ ਮੁੱਖ ਸਿਧਾਂਤ ਸੀ ਗੁਰੂ ਘਰ ਦਾ, ਹਾਂਜੀ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦੀ ਜਿਹੜੀ ਗੱਲ ਸੀ, ਤਿੰਨ ਸਿਧਾਂਤ ਗੁਰੂ ਨਾਨਕ ਸਾਹਿਬ ਦੇ ਘਰ ਦੇ ਮੁੱਖ ਜਿਹੜੇ ਸਨ, ਉਹਨਾਂ ਤੋਂ ਅਸੀਂ ਬਹੁਤ ਕੋਹਾਂ ਦੂਰ ਜਾ ਰਹੇ ਹਾਂ, ਉਹਨਾਂ ਤੋਂ ਕੋਹਾਂ ਦੂਰ ਚਲੇ ਗਏ। ਇਹਦਾ ਕਾਰਨ ਇਹ ਬਣਿਆ ਵੀ ਜੇ ਤੇ ਸਾਡੀ ਪ੍ਰਬੰਧਕ ਸ਼੍ਰੇਣੀ ਖਾਸ ਕਰਕੇ ਅਸੀਂ ਲੈ ਲਈਏ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਿੱਥੇ ਸਭ ਤੋਂ ਪਹਿਲਾਂ ਸਾਨੂੰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਬਣਾ ਕੇ ਦਿੱਤਾ, ਗੁਰਦੁਆਰੇ ਦੀ ਅਸਲ ਦਿੱਖ ਦਿੱਤੀ ਉਹਨਾਂ ਨੇ, ਬੜੀ ਲੰਮੀ ਦੂਰ ਅੰਦੇਸੀ ਉਹਨਾਂ ਦੀ ਸੋਚ ਸੀ ਵੀ ਗੁਰਦੁਆਰਾ ਕਿਹੋ ਜਿਹਾ ਹੋਣਾ ਚਾਹੀਦਾ। ਬਿਲਕੁਲ ਜੀ, ਠੀਕ ਹੈ ਜੀ। ਫਿਰ ਉਸ ਗੁਰਦੁਆਰੇ ਸਾਹਿਬ ਦੇ ਵਿੱਚ ਜਦੋਂ ਬਾਣੀ ਦਾ ਪ੍ਰਕਾਸ਼ ਕੀਤਾ ਮਹਾਰਾਜ ਸਾਹਿਬ ਨੇ, ਹਾਂਜੀ, ਉਹਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਥਾਪਿਆ। ਉਹਨਾਂ ਨੇ ਸਾਨੂੰ ਕਿੰਨੀ ਵੱਡੀ ਸੋਚ ਦਿੱਤੀ ਆ ਵੀ ਇਹਦੀ ਸੇਵਾ ਕਰਨ ਵਾਲਾ ਵੀ ਕਿੰਨੇ ਵੱਡੇ ਉੱਚੇ ਜੀਵਨ ਵਾਲਾ ਸੇਵਾ ਭਾਵਨਾ ਵਾਲਾ ਹੋਣਾ ਚਾਹੀਦਾ। ਤੇ ਧਰਮਸ਼ਾਲਾ ਜਾਂ ਗੁਰਦੁਆਰੇ ਵਿੱਚ ਰਹਿਣ ਵਾਲਾ ਜੀਵ ਜਿਹੜਾ ਉਹਦਾ ਉੱਚਾ ਸੁੱਚਾ ਇਖਲਾਕ ਹੋਵੇ। ਹਾਂਜੀ ਹਾਂਜੀ। ਜੇ ਅਸੀਂ ਇਕੱਲਾ ਧਰਮ ਦਾ ਉਪਦੇਸ਼ ਹੀ ਦੇਣ ਵਾਸਤੇ ਰੱਖਿਆ ਹੋਵੇ ਮੁੱਖ ਵੀ ਅਵਰ ਉਪਦੇਸ਼ ਹੈ ਆਪ ਨਾ ਕਰੇ ਹਨਾ ਜੀ ਜੀ, ਤੇ ਉਹਦੀ ਮਹਾਰਾਜ ਸਾਹਿਬ ਡੈਫੀਨੇਸ਼ਨ ਤੇ ਵੀ ਆਵਤ ਜਾਵਤ ਜਨਮਿਆ ਮਰੇ ਵਾਲੀ ਹਾਲਤ ਬਣ ਜਾਏ। ਥੋੜੀ ਜੀ ਮੈਂ ਇੱਥੇ ਗੱਲ ਰੁਕਣਾ ਚਾਹੁੰਦਾ ਵਾਂ। ਤੁਸੀਂ ਗੁਰੂ ਅਰਜਨ ਸਾਹਿਬ ਜੀ ਦੀ ਗੱਲ ਕੀਤੀ ਵੀ ਸਤਿਗੁਰੂ ਸਾਹਿਬ ਨੇ ਬੜੀ ਸੁੰਦਰ ਇਮਾਰਤ ਤਿਆਰ ਕੀਤੀ ਤੇ ਇਹ ਆਖਿਆ ਵੀ ਅਸਲੀ ਦਿੱਖ ਗੁਰਦੁਆਰਾ ਸਾਹਿਬ ਦੀ ਆ ਹੈ। ਜੀ ਇਹ ਦਿੱਖ ਗੁਰੂ ਸਾਹਿਬ ਜੀ ਦੇ ਵੇਲੇ ਪੁਰਾਤਨ ਬਰਕਰਾਰ ਹੈ ਤੇ ਬਾਕੀ ਗੁਰਦੁਆਰਾ ਸਾਹਿਬ ਦੀ ਇਹੋ ਜੀ ਪੁਰਾਣੀ ਦਿੱਖ ਜਿਹੜੀ ਆ ਉਹ ਬਰਕਰਾਰ ਕਿਉਂ ਨਹੀਂ ਗਈ? ਇਹ ਰੱਖਣੀ ਬਹੁਤ ਜ਼ਰੂਰੀ ਆ ਜੀ, ਪੁਰਾਤਨ ਦਿੱਖ ਰੱਖਣੀ ਬਹੁਤ ਜ਼ਰੂਰੀ ਆ। ਇਹਦੇ ਪਿੱਛੇ ਮੈਂ ਇਹ ਕਹਾਂਗਾ ਵੀ ਸਾਡੇ ਕੋਈ 17 ਵਾਹਿਗੁਰੂ 1940 ਤੋਂ ਲੈ ਕੇ, ਹਾਂਜੀ 1940 ਤੋਂ ਲੈ ਕੇ ਇਹ 80 ਸਾਲ ਲਗਾਤਾਰ ਅਸੀਂ ਕਹੀਏ ਵੀ ਮੰਨ ਲਓ ਇੱਕ ਸਦੀ ਅਸੀਂ ਕਹਿ ਸਕਦੇ ਹਾਂ ਉਹ ਜੀ ਵੀ ਸਾਡਾ ਆਉਣ ਵਾਲੇ ਸਮੇਂ ਵਿੱਚ ਹੁਣ ਇਤਿਹਾਸ ਇੱਕ ਲਿਖਿਆ ਜਾਣਾ ਵੀ ਜਿਹੜਾ ਅਸੀਂ ਪੁਰਾਤਨ ਇਮਾਰਤਾਂ ਢਾਹ ਢੇਰੀ ਕਰਕੇ ਤੇ ਨਵੀਂ ਦਿੱਖ ਗੁਰਦੁਆਰਿਆਂ ਨੂੰ ਦੇ ਦਿੱਤੀ। ਇਹਦਾ ਕੀ ਕਾਰਨ? ਸਾਰੀਆਂ ਇਮਾਰਤਾਂ ਬੜੀਆਂ ਗੁਰੂ ਸਾਹਿਬ ਨੇ ਜਿਹੜੀਆਂ ਬਣਾਈਆਂ ਸੀ ਉਹ ਮਾੜਾ ਮੋਟਾ ਮਟੀਰੀਅਲ ਲਾ ਕੇ ਨਹੀਂ ਬਣਾਈਆਂ, ਪਰ ਉਹ ਵੀ ਸਾਰਾ ਕੁਝ ਖਤਮ ਕਰਕੇ ਇੱਕ ਨਵਾਂ ਬਣਾ ਦਿੱਤਾ ਜਾਂਦਾ। ਉਹ ਕਿਉਂ ਬਣਾਉਂਦਾ ਹੈ? ਉਹਦਾ ਕਾਰਨ ਇੱਕ ਤੇ ਕਾਰਨ ਇਹ ਸੀ ਵੀ ਚਲੋ ਉਸ ਇਮਾਰਤ ਵਿੱਚ ਅੱਜ ਜੇ ਸੰਗਤ ਵੱਧ ਰੂਪ ਵਿੱਚ ਆ ਰਹੀ ਆ, ਹਾਂਜੀ, ਤੇ ਕਈ ਜਗ੍ਹਾ ਘਾਟ ਹੋਣ ਦੇ ਕਾਰਨ ਉੱਥੇ ਉਹਨੂੰ ਬਿਲਡਿੰਗ ਨੂੰ ਵਧਾਇਆ ਗਿਆ ਜੀ। ਉਹ ਬਿਲਡਿੰਗ ਨੂੰ ਵਧਾਉਣ ਦੇ ਕਾਰਨ ਨਵੀਂ ਉਹਨੂੰ ਦਿੱਖ ਦਿੱਤੀ ਗਈ ਆ। ਹਾਂਜੀ ਹਾਂਜੀ। ਤੇ ਦੂਸਰਾ ਕਾਰਨ ਤੇ ਚਾਹੀਦਾ ਸੀ ਵੀ ਜੇ ਸਾਨੂੰ ਨਾਲ ਜਗ੍ਹਾ ਹੋਰ ਮਿਲ ਸਕਦੀ ਤੇ ਪੁਰਾਤਨ ਜਿਹੜੀ ਸੀ ਉਹਨੂੰ ਸੰਭਾਲ ਕੇ ਉਹਦੇ ਉੱਪਰ ਗੁਰਦੁਆਰਾ ਸਾਹਿਬ ਹੋਰ ਉਸਾਰ ਦਿੱਤਾ ਜਾਂਦਾ। ਹਾਂਜੀ, ਵੀ ਸਾਨੂੰ ਪੁਰਾਤਨ ਜਿਹੜੀ ਆ ਗੁਰੂ ਘਰ ਦੀ ਇਮਾਰਤ ਜਿਹੜੀ ਮਹਾਰਾਜ ਸਾਹਿਬ ਦੇ ਹੱਥੀਂ ਬਣੀ ਹੋਈ ਆ ਜਾਂ ਸਿੱਖਾਂ ਦੇ ਹੱਥੀਂ ਬਣੀ ਹੋਈ ਆ ਉਹਨੂੰ ਸੰਭਾਲ ਕੇ ਰੱਖਿਆ ਜਾਂਦਾ। ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਜਦੋਂ ਗੁਰੂ ਘਰ ਵਿੱਚ ਆਉਂਦੀਆਂ ਜਾਂ ਸਿੱਖ ਆਉਂਦੇ, ਬੱਚੇ ਆਉਂਦੇ ਹਨਾ, ਉਹ ਉਸ ਇਮਾਰਤ ਤੋਂ ਕੁਝ ਸਿੱਖਿਆ ਲੈ ਸਕਦੇ ਵੀ ਤੁਹਾਡੇ ਮੁਤਾਬਕ ਹੁਣ ਕਿੰਨੀਆਂ ਕੁ ਇਮਾਰਤਾਂ ਜਿਹੜੀਆਂ ਖਤਮ ਹੋ ਗਈਆਂ ਜਿਹੜੀਆਂ ਜਿਨ੍ਹਾਂ ਦੀ ਪੁਰਾਣੀ ਦਿੱਖ ਸੀ ਪਰ ਹੁਣ ਲੱਭਦੀ ਨਹੀਂ ਹੈ? ਜਿਵੇਂ ਮਿਸਾਲ ਤੌਰ ਤੇ ਦੋ ਕਿ ਤੁਹਾਨੂੰ ਉਦਾਹਰਨਾਂ ਦੇਵਾਂ। ਅੱਜ ਚਮਕੌਰ ਦੀ ਗੜੀ ਲਾ ਲਓ। ਹਾਂਜੀ ਹਾਂਜੀ, ਚਮਕੌਰ ਦੀ ਗੜੀ ਆ ਜਿਸ ਦੇ ਵਿੱਚ ਲਾ ਮਿਸਾਲ ਜੰਗ ਹੈ। ਬਿਲਕੁਲ ਜੀ। 40 ਸਿੰਘ ਭੁੱਖੇ ਭਾਣੇ ਕਈ ਮਹੀਨਿਆਂ ਤੋਂ ਤੇ ਕੱਚੀ ਗੜੀ ਦੇ ਵਿੱਚ ਤੇ 4 ਚੁਫੇਰੇ 10 ਲੱਖ ਦਾ ਘੇਰਾ ਕਰੀਬਨ ਕਿਹਾ ਜਾਂਦਾ। ਤੇ ਉਸ ਦੇ ਅਸਥਾਨ ਤੇ ਜਾ ਕੇ ਜੇ ਸਾਡੇ ਅੱਜ ਬੱਚੇ ਉਹ ਪੁੱਛਣ ਹਾਂਜੀ ਵੀ ਪਿਤਾ ਜੀ ਜਾਂ ਮਾਤਾ ਜੀ ਉਹ ਕੱਚੀ ਗੜੀ ਕਿੱਥੇ ਹੈ ਜਿਹਦੇ ਵਿੱਚ ਮਹਾਰਾਜ ਸਾਹਿਬ ਗੁਰੂ ਕੇ ਸਿੱਖ ਰਹਿ ਕੇ ਲੜੇ ਆ, ਹਾਂਜੀ, ਤੇ ਅੱਜ ਅਸੀਂ ਕੀ ਜਵਾਬ ਦੇਵਾਂਗੇ? ਥੋੜਾ ਜਿਹਾ ਮੈਂ ਪਿੱਛੇ ਜਾਣਾ ਵੀ 2013 ਦੇ ਕਰੀਬ ਹੁਣ ਸ਼੍ਰੋਮਣੀ ਕਮੇਟੀਆਂ ਥੋੜਾ ਜਿਹਾ ਬੀੜਾ ਇਸ ਪਾਸੇ ਚੁੱਕਿਆ ਹਾਂਜੀ ਵੀ ਅਸੀਂ ਉਹੋ ਜਿਹੀ ਪੁਰਾਤਨ ਜਿਹੜੀ ਇਮਾਰਤ ਸੀ ਉਹਦੀ ਵਰਗੀ ਦੇਖੇ ਨੂੰ ਦਿੱਤੀ ਜਾਏ, ਬਣਾਈ ਜਾਏ। ਹਾਂਜੀ,
ਪਰ ਅੱਜ ਭਾਵੇਂ ਅਸੀਂ ਪੁਰਾਤਨ ਚੰਗੇ ਮਿਸਤਰੀ ਕਾਰੀਗਰ ਲਾ ਕੇ ਉਹਨੂੰ ਬਣਾਉਣ ਦਾ ਯਤਨ ਕਰੀਏ, ਪਰ ਜਿਹੜੀ ਪੁਰਾਣੀ ਗੜੀ ਸੀ ਉਹ ਤਾਂ ਨਹੀਂ ਅਸੀਂ ਬਣਾ ਸਕਦੇ। ਮਤਲਬ ਜਿੱਥੇ ਗੁਰੂ ਸਾਹਿਬ ਦੇ ਖੁਦ ਚਰਨ ਪਏ, ਚਰਨ ਛੋਹ ਹੋਈ, ਹੁਣ ਮਤਲਬ ਸਾਡੇ ਬੱਚੇ ਚਲੇ ਜਾਣ ਪੁੱਛਣ ਉੱਥੇ ਜਾ ਕੇ ਵੀ ਗੁਰੂ ਸਾਹਿਬ ਜੀ ਦੀ ਪੁਰਾਣੀ ਇਮਾਰਤ ਇੱਥੇ ਸੀ, ਉਹ ਕਿੱਥੇ ਹੈ? ਸਾਡੇ ਕੋਲ ਜਵਾਬ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਗੁਰੂ ਸਾਹਿਬ ਨੇ ਧਾਰਮਿਕ ਜਿਹੜੀਆਂ ਅਸਥਾਨਾਂ ਨੇ ਜਿੱਥੇ ਗੁਰੂ ਸਾਹਿਬ ਚਰਨ ਪਏ ਹੋਣਗੇ, ਤੁਸੀਂ ਆਰੰਭ ਵਿੱਚ ਇੱਕ ਬੜੀ ਸੋਹਣੀ ਗੱਲ ਕੀਤੀ ਸੀ ਵੀ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਹੋਣ ਜਾਂ ਪ੍ਰਕਾਸ਼ ਹੋਵੇ ਉਹਨੂੰ ਗੁਰਦੁਆਰਾ ਸਾਹਿਬ ਕਹਿੰਦੇ ਆ। ਜਿੱਥੇ ਹੁਣ ਗੁਰੂ ਸਾਹਿਬ ਜੀ ਦੇ ਚਰਨ ਪਏ ਪੁਰਾਣੀਆਂ ਇਮਾਰਤਾਂ ਬੇਅੰਤ ਨੇ, ਕਿਹੜੇ ਗੁਰੂ ਸਾਹਿਬ ਦੀ ਜਿਹੜੀ ਇਮਾਰਤਾਂ ਅੱਜ ਲੱਭ ਨਹੀਂ ਰਹੀਆਂ ਹੈਗੀਆਂ? ਹੁਣ ਦੇਖੋ ਜੀ, ਸਾਡੇ ਕੋਲ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਜਦੋਂ ਖੇੜੀ ਤੋਂ ਉਹ ਚੱਲ ਕੇ ਸਰਹੰਦ ਵੱਲ ਆਉਂਦੇ ਨੇ ਤੇ ਰਸਤੇ ਦੇ ਵਿੱਚ ਕੋਤਵਾਲੀ ਦੇ ਵਿੱਚ ਸਭ ਤੋਂ ਪਹਿਲਾਂ ਉਹ ਮੋਰਿੰਡੇ ਲਿਆਂਦਾ ਜਾਂਦਾ। ਮੋਰਿੰਡੇ, ਬਿਲਕੁਲ ਜੀ। ਅੱਜ ਉਹ ਕੋਤਵਾਲੀ ਕਿੱਥੇ ਆ? ਗੁਰਦੁਆਰਾ ਸਾਹਿਬ ਤੇ ਸਾਨੂੰ ਅੱਜ ਉੱਥੇ ਦਿਖਾਈ ਦਿੰਦਾ, ਗੁਰਦੁਆਰਾ ਸਾਹਿਬ ਤੇ ਦਰਸ਼ਨ ਹੁੰਦੇ ਆ, ਤੇ ਜੇ ਪੁਰਾਤਨ ਕੋਤਵਾਲੀ ਅਸੀਂ ਸੰਭਾਲ ਕੇ ਰੱਖ ਲਈ ਹੁੰਦੀ ਵੀ ਇੱਥੇ ਸਾਡੇ ਸਾਹਿਬਜ਼ਾਦੇ ਰਹੇ ਆ। ਇੱਥੇ ਕਿੰਨਾ ਦਾ ਕਸੂਰ ਮੰਨਾਂਗੇ ਵੀ ਕਿੰਨਾ ਨੇ ਸਾਂਭੀ? ਸਿੱਖਾਂ ਦਾ ਫਰਜ਼ ਬਣਦਾ ਸੀ ਜਾਂ ਦੂਜੇ ਜਿਨ੍ਹਾਂ ਦੀ ਕੋਤਵਾਲੀ ਉਹਨਾਂ ਦੀ? ਨਹੀਂ, ਦੇਖੋ, ਜੇ ਸਾਡੇ ਕੋਲ ਸਿੱਖ ਰਾਜ ਆਇਆ ਵਾ, ਸਿੱਖਾਂ ਦਾ ਰਾਜ ਆਇਆ ਵਾ, ਬਿਲਕੁਲ ਤੇ ਸਿੱਖਾਂ ਦੇ ਰਾਜ ਵਿੱਚ ਸਿੱਖਾਂ ਨੂੰ ਹੀ ਇਹ ਚੀਜ਼ਾਂ ਸੰਭਾਲਣੀਆਂ ਚਾਹੀਦੀਆਂ। ਸਾਡਾ ਰਾਜ ਸੀ ਖੁਦ, ਸਾਨੂੰ ਸੰਭਾਲਣਾ ਚਾਹੀਦਾ। ਮੇਰੇ ਮੁਤਾਬਕ ਤਾਂ ਮੈਂ ਸੋਚਦਾ ਮਹਾਰਾਜਾ ਰਣਜੀਤ ਸਿੰਘ ਵੇਲੇ ਤੇ ਕੋਈ ਪੁਰਾਣੀ ਇਮਾਰਤ ਢਾਈ ਨਹੀਂ ਗਈ। ਬਿਲਕੁਲ। ਹਾਂਜੀ, ਫਿਰ ਇਹ ਜਿਹੜੀਆਂ ਮਤਲਬ ਇਮਾਰਤਾਂ ਨੇ ਇਹ ਫਿਰ ਕਿਉਂ ਨਹੀਂ ਸਾਂਭੀਆਂ ਗਈਆਂ? ਇਹ ਦੇਖੋ ਜੀ, ਇਹਦੇ ਪਿੱਛੇ ਨਾ ਮੈਂ ਕਹਿ ਸਕਦਾ ਵੀ ਜਿਵੇਂ RSS ਹੈ ਜਾਂ ਇਹੋ ਜਿਹੀਆਂ ਸਰਕਾਰੀ ਕਈ ਏਜੰਸੀਆਂ ਨੇ, ਇਹਦੇ ਪਿੱਛੇ ਉਹਨਾਂ ਦਾ ਬਹੁਤ ਵੱਡਾ ਕਾਰਨ ਆ ਇਹ ਇਮਾਰਤਾਂ ਨੂੰ ਖਤਮ ਕਰਨ ਦਾ। ਜਿਵੇਂ ਮਾਤਾ ਗੁਜਰ ਕੌਰ ਵਾਲਾ ਠੰਡਾ ਬੁਰਜ ਲਾ ਲਓ, ਤੇ ਮੇਰੇ ਪਿੱਛੇ ਵੀਰ ਵਚਨ ਸਾਂਝਾ ਕਰ ਰਹੇ ਸੀ ਵੀ ਕਰੀਬਨ 120 ਫੁੱਟ ਉੱਚਾ ਸੀ। ਹਾਂਜੀ, ਤੇ ਉਹ ਅੱਜ ਬੁਰਜ ਕਿੱਥੇ ਆ? 120 ਫੁੱਟ ਵਾਲਾ ਅੱਜ ਅਸੀਂ ਨਵਾਂ ਉਹ ਬੁਰਜ ਬਣਾ ਕੇ ਖੜਾ ਤੇ ਕਰ ਦਿੱਤਾ ਉੱਥੇ, ਬਿਲਕੁਲ ਜੀ, ਯਾਦਗਾਰ ਤੇ ਬਣਾ ਦਿੱਤੀ ਆ। ਬਿਲਕੁਲ। ਪਰ ਜੇ ਸਾਨੂੰ ਬੱਚੇ ਪੁੱਛਣ, ਸਾਡੀ ਜਵਾਨੀ ਨਵੀਂ ਜਨਰੇਸ਼ਨ ਨੂੰ ਪੁੱਛੇ ਵੀ ਜਿੱਥੇ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਰਹੇ, ਜਿੱਥੇ ਕਹਿੰਦੇ ਬਿਲਕੁਲ ਐ ਸੀਤ ਵਰਤਦੀ ਸੀ, ਉਹਨਾਂ ਕੋਲ ਉੱਪਰ ਤਨ ਤੇ ਲੈਣ ਨੂੰ ਕੱਪੜਾ ਕੋਈ ਨਹੀਂ, ਤੇ ਉਹ ਬੁਰਜ ਹੈ ਕਿੱਥੇ? ਬਿਲਕੁਲ ਉੱਥੇ ਬਿਲਕੁਲ ਅਸੀਂ ਕੋਈ, ਸਾਡੇ ਕੋਲ ਜਵਾਬ ਨਹੀਂ ਆ। ਹੁਣ ਜਿੱਥੇ ਬੱਚੇ ਸਰਹੰਦ ਵਿੱਚ ਚਿਣੇ ਗਏ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਹੁਣ ਉਹ ਨਾ ਸਾਡੇ ਕੋਲ ਉਹ ਪੁਰਾਤਨ ਨੀਂਹ ਰਹਿ ਗਈ ਹੈ। ਮੈਂ ਇੱਕ ਗੱਲ ਪੁੱਛਾਂ, ਇੱਥੇ ਜਿੱਥੇ ਪੁਰਾਤਨ ਨੀਹਾਂ ਵੀ ਨਹੀਂ ਜੀ, ਪੁਰਾਤਨ ਕਤਲਗੜ੍ਹ ਦੀ ਉਹ ਪੁਰਾਣੀ ਇਮਾਰਤ ਵੀ ਨਹੀਂ, ਪੁਰਾਣਾ ਠੰਡਾ ਬੁਰਜ ਵੀ ਨਹੀਂ, ਸਾਡੇ ਕੋਲ ਪੁਰਾਣਾ ਹੈ ਕੀ ਹੈ? ਮੈਨੂੰ ਦੱਸੋ ਸਹੀ, ਕਿਹੜੀ ਇਮਾਰਤ ਅਜੇ ਤੱਕ ਪੁਰਾਣੀ ਬਚ ਸਾਡੇ ਕੋਲ ਪਈ ਹੋਈ ਹੈ? ਦੇਖੋ, ਕੁਝ ਇਮਾਰਤਾਂ ਸਾਡੇ ਕੋਲ ਪੁਰਾਣੀਆਂ ਹੈਗੀਆਂ ਨੇ ਅਜੇ ਵੀ, ਜਿਹੜੀਆਂ ਕੋਈ ਚੰਗੇ ਪੁਰਖਾਂ ਨੇ ਜਾਂ ਗੁਰਸਿੱਖਾਂ ਨੇ ਜਾਂ ਜਿਨ੍ਹਾਂ ਨੂੰ ਅਸੀਂ ਹੁਣ ਸ਼ਬਦ ਵਰਤਦੇ ਹਾਂ, ਸੰਤ ਮਹਾਤਮਾ ਸ਼ਬਦ ਵੀ ਕਹਿੰਦੇ ਆ, ਵੀ ਉਹਨਾਂ ਨੇ ਜਿੱਥੇ ਸੰਭਾਲੀਆਂ ਨੇ ਜ਼ਰੂਰ ਹੈਗੀਆਂ ਨੇ। ਹਾਂਜੀ, ਜਿਵੇਂ ਆਗਰੇ ਦੀ ਧਰਤੀ ਤੇ ਅਸੀਂ ਗਏ ਸੀ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਹੜੀ ਹਵੇਲੀ 'ਚ ਰਹੇ ਆ, ਉਹ ਹਵੇਲੀ ਪੁਰਾਣੀ ਰੱਖੀ ਆ, ਪਰ ਉਹਨੂੰ ਇੱਕ ਨਵੀਂ ਦੇਖੋ ਉਹਨਾਂ ਨੇ ਥੋੜੀ ਦਿੱਤੀ ਆ, ਉਹਦੇ ਉੱਤੇ ਲੈਮੀਨੇਸ਼ਨ ਜਿਵੇਂ ਅਸੀਂ ਕਰ ਦਿੰਦੇ ਆ, ਉਵੇਂ ਉਹ ਇਉਂ ਲੱਗਦਾ ਵੀ ਜਿਵੇਂ ਬਿਲਕੁਲ ਨਵੀਆਂ ਇੱਟਾਂ ਲੱਗਦੀਆਂ ਨੇ, ਪਰ ਉਹ ਸਾਰੀ ਪੁਰਾਤਨ ਉਹਨਾਂ ਨੇ ਸੰਭਾਲ ਕੇ ਰੱਖੀ। ਮਤਲਬ ਉੱਥੇ ਉਹਨਾਂ ਨੇ ਪੁਰਾਣੀ ਸਾਂਭੀ, ਨਵੀਂ ਵੱਖਰੀ ਬਣਾਈ, ਨਵੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੱਖਰੀ ਬਣਾਈ ਹੋਈ ਹੈ। ਅੱਛਾ ਜੀ। ਜਿੱਥੇ ਮਹਾਰਾਜ ਸਾਹਿਬ ਹਵੇਲੀ ਵਿੱਚ ਠਹਿਰੇ ਨੇ ਆਗਰੇ ਦੇ ਵਿੱਚ, ਜਿੱਥੋਂ ਗ੍ਰਿਫਤਾਰ ਹੋਏ ਸੀ ਮਹਾਰਾਜ ਸਾਹਿਬ, ਉਹ ਅਜੇ ਵੀ ਉਸੇ ਤਰ੍ਹਾਂ ਇਹ ਸੋਚ ਪੰਜਾਬ ਵਿੱਚ ਵੀ ਕੰਮ ਕਰ ਸਕਦੀ ਸੀ। ਇਸ ਤਰ੍ਹਾਂ ਪੰਜਾਬ ਵਿੱਚ ਹੋ ਸਕਦਾ ਸੀ ਵੀ ਜਿਹੜੇ ਗੁਰੂ ਸਾਹਿਬ ਜੀ ਦੇ ਪੁਰਾਣੇ ਇਤਿਹਾਸਕ ਸਥਾਨ ਸੀ ਅਤੇ ਉਹ ਵੀ ਸਾਂਭੇ ਜਾ ਸਕਦੇ, ਵੱਖਰੀ ਇਮਾਰਤ ਬਣਾ ਦਿੱਤੀ ਜਾਂਦੀ ਜਾਂ ਉਹਨੂੰ ਪੂਰਾ ਕਵਰ ਕਰ ਦਿੰਦੇ, ਵੱਡਾ ਜੇ ਹਾਲ ਹੀ ਬਣਾਉਣਾ ਸੀ ਤਾਂ। ਪਰ ਇਹਨਾਂ ਨੂੰ ਢਾਹ ਕੇ ਉਸੇ ਸਥਾਨ ਤੇ ਕਿਉਂ ਬਣਾਇਆ ਜਾਂਦਾ ਹੈ? ਦੇਖੋ, ਕੁਝ ਤੇ ਐਸੇ ਸਥਾਨ ਨੇ ਵੀ ਜਿਨ੍ਹਾਂ ਨੂੰ ਛੋਟੇ ਅਸਥਾਨ ਨੂੰ ਉੱਪਰ ਉਸਾਰਿਆ ਗਿਆ, ਉਹਨੂੰ ਸੰਭਾਲਿਆ ਗਿਆ। ਜਿਵੇਂ ਸਾਡੇ ਗੁਰਦੁਆਰਾ ਅੰਗੀਠਾ ਸਾਹਿਬ, ਦਰਬਾਰ ਸਾਹਿਬ, ਖਡੂਰ ਸਾਹਿਬ ਦੀ ਧਰਤੀ ਹੈ, ਜਿੱਥੇ ਮਹਾਰਾਜ ਸਾਹਿਬ ਦਾ ਸੰਸਕਾਰ ਹੋਇਆ, ਗੁਰੂ ਅੰਗਦ ਸਾਹਿਬ ਜੀ ਦਾ ਪੁੱਤਰ ਹੈ ਨਾ, ਉਹ ਥੜਾ ਸਾਹਿਬ ਜਿਹੜਾ ਵਾ ਅੰਦਰ ਮਹਾਰਾਜ ਸਾਹਿਬ ਦਾ ਅੰਗੀਠਾ ਸਾਹਿਬ ਆ, ਉਹਦੇ ਚਾਰ ਸਵੇਰੇ ਇਮਾਰਤ ਖੜੀ ਕੀਤੀ ਹੋਈ ਆ, ਲੇਕਿਨ ਉਹ ਉਸੇ ਤਰ੍ਹਾਂ ਹੀ ਬਰਕਰਾਰ ਹੇਠਾਂ ਅੰਗੀਠਾ ਸਾਹਿਬ ਜਿਹੜਾ ਰੱਖਿਆ ਹੋਇਆ। ਮਤਲਬ ਇੰਜ ਕਹਿ ਲਈਏ, ਮੈਨੂੰ ਹੁਣ ਤੱਕ ਕਿੰਨੀਆਂ ਕੁ ਇਤਿਹਾਸਕ ਇਮਾਰਤਾਂ ਨੇ ਜਿਹੜੀਆਂ ਅਜੇ ਬਣੀਆਂ ਨਹੀਂ, ਜਿਹੜੀਆਂ ਅਜੇ ਸਾਂਭਣ ਵਾਲੀਆਂ ਨੇ, ਜਿਨ੍ਹਾਂ ਵੱਲ ਸਾਡੀ ਕੌਮ ਵੱਲ ਧਿਆਨ ਹੀ ਨਹੀਂ ਗਿਆ? ਕੁਝ ਤੁਹਾਡੀ ਨਜ਼ਰ 'ਚ ਇਹੋ ਜਿਹੀਆਂ ਹੋਣਗੀਆਂ ਕੋਈ? ਜਿਵੇਂ ਆਪਣੇ ਭਾਈ ਟੋਡਰ ਮੱਲ ਦੀ ਹਵੇਲੀ ਲਾ ਲਓ, ਤੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਦੇ ਕਈ ਅਸਥਾਨ ਨੇ ਵੀ ਜਿਨ੍ਹਾਂ ਨੂੰ ਜਿਹੜੇ ਸਾਡੇ ਨਾ ਇਤਿਹਾਸ ਤੋਂ ਵੀ ਪਰੋਖੇ ਨੇ, ਇਤਿਹਾਸ ਵਿੱਚ ਵਿਦਵਾਨਾਂ ਨੇ ਉਹ ਵੀ ਗ੍ਰੰਥਾਂ ਵਿੱਚ ਵੀ ਅੰਕਿਤ ਨਹੀਂ ਕੀਤੇ, ਤੇ ਜਿਉਂ-ਜਿਉਂ ਅਸੀਂ ਉਹ ਨਗਰਾਂ ਦੇ ਵਿੱਚੋਂ ਵਿਚਰਦੇ ਹਾਂ ਜਿੱਥੇ ਮਹਾਰਾਜ ਸਾਹਿਬ ਚਰਨ ਪਏ ਆ, ਉੱਥੇ ਸੀਨੇ ਬਸੀਨੇ ਜਦੋਂ ਉਹਨਾਂ ਦੇ ਇਤਿਹਾਸ ਨੂੰ ਸੁਣੀਦਾ, ਤੇ ਉਹ ਨਗਰਾਂ ਵਿੱਚ ਅਜੇ ਵੀ ਕੁਝ ਐਸੇ ਅਸਥਾਨ ਹੈ ਨੇ
ਜਿਨ੍ਹਾਂ ਨੂੰ ਸਾਨੂੰ ਸੰਭਾਲਣ ਦੀ ਅਜੇ ਵੀ ਲੋੜ ਆ ਵੀ ਜੇ ਹੁਣ ਵੀ ਅਸੀਂ ਸੰਭਾਲ ਲਈਏ ਜਿਹੜੀਆਂ ਕੁਝ ਇਮਾਰਤਾਂ ਸਾਡੇ ਕੋਲ ਹੈ ਨੇ ਤੇ ਅਸੀਂ ਅਜੇ ਵੀ ਸਮਾਂ ਜਿਹੜਾ ਉਹਨੂੰ ਜਿਹੜੀਆਂ ਇਹ ਇਮਾਰਤਾਂ ਖਤਮ ਹੋ ਗਈਆਂ ਨੇ, ਮੈਂ ਇੱਕ ਗੱਲ ਕਹਿਣਾ ਹੁੰਨਾ, ਗੁਰੂ ਨਾਨਕ ਸਣ ਜਪਜੀ ਸਾਹਿਬ 'ਚ ਕਿਹਾ ਵੀ ਗਾਵੇ ਕੋ ਦਾਤ ਜਾਣੇ ਨਿਸ਼ਾਨ ਜੀ, ਕਿ ਇਹ ਰੱਬ ਜੀ ਤੇਰੀਆਂ ਕੋਈ ਦਾਤਾਂ ਨੂੰ ਨਿਸ਼ਾਨ ਸਮਝ ਕੇ ਵੀ ਗਾਉਂਦਾ ਹੈ। ਬਿਲਕੁਲ। ਜੇ ਅਸੀਂ ਗੁਰੂ ਸਾਹਿਬ ਜੀ ਦੇ ਚੋਲੇ ਸਾਂਭ ਸਕਦੇ ਹਾਂ, ਗੁਰੂ ਸਾਹਿਬ ਜੀ ਦੇ ਕੜੇ ਸਾਂਭ ਸਕਦੇ ਹਾਂ, ਗੁਰੂ ਸਾਹਿਬ ਜੋੜੇ ਸਾਂਭ ਸਕਦੇ ਹਾਂ, ਗੁਰੂ ਸਾਹਿਬ ਦੀ ਦਸਤਾਰ ਸਾਂਭ ਸਕਦੇ ਹਾਂ, ਤੇ ਗੁਰੂ ਸਾਹਿਬ ਦੇ ਚਰਨ ਛੋਹ ਸਥਾਨ ਕਿਉਂ ਨਹੀਂ ਸਾਂਭ ਸਕਦੇ ਅਸੀਂ? ਇਹ ਦੇਖੋ ਜੀ ਉੱਥੇ ਹੀ ਗੱਲ ਆਉਣੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਿਆ ਵਾਂ ਵੀ ਮਹਾਰਾਜ ਸਾਹਿਬ ਦੀ ਬਾਣੀ ਵਿੱਚ ਵੀ ਬਚਨ ਨੇ ਵੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਗੁਰਸਿੱਖਾਂ ਨੇ ਬੜੀ ਹਿੰਮਤ ਕੀਤੀ ਆ, ਬੜਾ ਉਦਮ ਕੀਤਾ, ਮਹਾਰਾਜ ਸਾਹਿਬ ਦੇ ਜਿੱਥੇ ਸਥਾਨ ਸੀ ਜਾਂ ਜੋ ਉਹਨਾਂ ਦੀਆਂ ਪੁਰਾਤਨ ਇਤਿਹਾਸਕ ਵਸਤੂਆਂ ਸੀ ਉਹ ਸੰਭਾਲੀਆਂ, ਪਰ ਏਜੰਸੀਆਂ ਜਿਹੜੀਆਂ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਆ ਅੰਦਰ ਖਾਤੇ ਸਾਡੇ ਨਾਲ ਮਿਲ ਕੇ ਵੀ ਹੈ ਉਹ ਸਿੱਖੀ ਭੇਸ ਦੇ ਵਿੱਚ ਹੀ ਆ, ਮਤਲਬ ਪਛਾਣ ਅਸੀਂ ਨਹੀਂ ਕਰ ਸਕਦੇ ਉਹਨਾਂ ਦੀ, ਬਿਲਕੁਲ ਐਨ ਤਾਲਮੇਲ ਇੱਕ ਬਣਾ ਕੇ ਉਹਨਾਂ ਨੇ ਕੀਤਾ ਹੋਇਆ ਵੀ ਇਹਨਾਂ ਦੀ ਦੇਖੀ ਐਸੀ ਕਰ ਦਿਓ ਵੀ ਨਾ ਇਹਨਾਂ ਨੂੰ ਪਤਾ ਲੱਗੇ ਵੀ ਇਹ ਬ੍ਰਾਹਮਣਾਂ ਦੇ ਕਰਮਕਾਂਡ ਹੋ ਰਹੇ ਆ ਵੀ ਜਾਂ ਇਹ ਸਿੱਖਾਂ ਦੇ ਹੋ ਰਹੇ ਆ, ਬਿਲਕੁਲ ਇਹਨਾਂ ਰਲ ਗੜ ਕਰ ਦਿੱਤਾ ਗਿਆ। ਸੋ ਦਰਸ਼ਕੋ ਦੇਖੋ, ਗੱਲ ਇਹ ਹੈ ਵੀ ਮਤਲਬ ਸਾਡੀ ਕੌਮ ਦੇ ਅੰਦਰ ਕਿਤੇ ਨਾ ਕਿਤੇ ਜਿਹੜਾ ਹਮਲਾ ਉਹ ਜਾਰੀ, ਭਾਵੇਂ ਬਾਹਰੋਂ ਕਹਿ ਲਓ ਭਾਵੇਂ ਅੰਦਰ ਖਾਤੇ ਕਹਿ ਲਓ। ਸਿੱਖੀ ਦੇ ਸਿਧਾਂਤ ਤੇ ਵੀ ਹਮਲਾ, ਸਿੱਖੀ ਦੀ ਬਾਣੀ ਤੇ ਵੀ ਹਮਲਾ, ਸਿੱਖੀ ਦੀ ਦਸਤਾਰ ਤੇ ਵੀ ਹਮਲਾ, ਹੁਣ ਸਿੱਖੀ ਦੀ ਇਮਾਰਤ ਤੇ ਵੀ ਹਮਲਾ ਹੋ ਗਿਆ। ਪਰ ਮੈਨੂੰ ਭਾਈ ਸਾਹਿਬ ਇਹ ਗੱਲ ਦੱਸੋ ਵੀ ਇਹਨਾਂ ਇਮਾਰਤਾਂ ਅਲੋਪ ਹੋਣ ਦਾ ਜਾਂ ਸਿੱਖ ਜਿਹੜੀਆਂ ਪੁਰਾਣੀ ਰਾਇਤਾਂ ਸੀ ਖਤਮ ਹੋਣ ਦਾ ਸਿੱਖ ਪਰਿਵਾਰਾਂ ਉੱਪਰ ਕੀ ਅਸਰ ਪਿਆ? ਦੇਖੋ ਜੀ, ਜੇ ਪੁਰਾਤਨ ਇਮਾਰਤਾਂ ਭਾਵੇਂ ਉਹ ਕੱਚੀਆਂ ਸੀ, ਹਾਂਜੀ, ਸਿੱਖ ਬੜੇ ਪੱਕੇ ਸਨ, ਸਿੱਖਾਂ ਦੇ ਵਿੱਚ ਇੰਨਾ ਜਜ਼ਬਾ ਸੀ ਜੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸੀ ਵੀ ਸਿੱਖਾ ਰਫਲ ਪਰਖਣੀ ਅਸੀਂ, ਬਿਲਕੁਲ ਜੀ। ਭਾਈ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਜੀ ਹੋਣੀ, ਬਿਲਕੁਲ ਜੀ, ਬਿਲਕੁਲ, ਇੱਕ ਦੇ ਅੱਧੀ ਦਸਤਾਰ ਹੱਥ ਵਿੱਚ, ਇੱਕ ਅੱਧੀ ਬੰਨੀ ਹੋਈ, ਉਹ ਭੱਜੇ ਹੀ ਆਉਂਦੇ ਆ। ਹਾਂਜੀ, ਸਿੱਖਾਂ ਦੇ ਵਿੱਚ ਜਜ਼ਬਾ ਸੀ। ਇਮਾਰਤਾਂ ਕੱਚੀਆਂ, ਸਿੱਖ ਪੱਕੇ। ਅੱਜ ਇਮਾਰਤਾਂ ਭਾਵੇਂ ਉਹ ਇਤਿਹਾਸਕ ਸਥਾਨਾਂ ਦੀਆਂ ਨੇ ਜਾਂ ਜਿੱਥੇ ਜਿੱਥੇ ਵੀ ਸਿੱਖ ਵਸੇ ਨੇ, ਭਾਵੇਂ ਉਹ ਸਾਡੇ ਪਿੰਡਾਂ ਦੇ ਵਿੱਚ ਨੇ, ਭਾਵੇਂ ਉਹ ਸ਼ਹਿਰਾਂ ਵਿੱਚ ਨੇ, ਭਾਵੇਂ ਵਿਦੇਸ਼ ਦੇ ਵਿੱਚ ਨੇ, ਉੱਥੇ ਇਮਾਰਤਾਂ ਤੇ ਪੱਕੀਆਂ ਕਰ ਦਿੱਤੀਆਂ, ਪਰ ਸਿੱਖ ਕੱਚੇ ਹੋ ਗਏ, ਜੀਵਨ ਸਾਡੇ ਕੱਚੇ ਹੋ ਗਏ। ਮੈਂ ਇੱਕ ਗੱਲ ਭਾਈ ਸਾਹਿਬ ਨੇ ਗੱਲ ਕੀਤੀ ਵੀ ਅੱਜ ਇਮਾਰਤਾਂ ਪੱਕੀਆਂ ਸਿੱਖ ਕੱਚੇ, ਪਰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਭਾਈ ਸਾਹਿਬ ਵੀ ਸਾਡੀ ਸਿੱਖੀ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਤਿਆਰ ਹੁੰਦਾ ਹੈ, ਕਿਸੇ ਪਿੰਡ 'ਚ ਕਹਿ ਲਓ, ਕਿਸੇ ਨਗਰ 'ਚ ਕਹਿ ਲਓ, ਮੈਨੂੰ ਇਸ ਗੱਲ ਦਾ ਜਵਾਬ ਚੰਗੀ ਤਰ੍ਹਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੇ ਕੇ ਜਾ ਵੀ ਜਦੋਂ ਗੁਰਦੁਆਰਾ ਸਾਹਿਬ ਤਿਆਰ ਹੁੰਦਾ ਉਦੋਂ ਕੀ ਚੀਜ਼ ਵੇਖੀ ਜਾਂਦੀ ਹੈ ਤੇ ਜਿਹਦੀ ਲੋੜ ਹੈ, ਕਿਹੜੀ ਚੀਜ਼ ਪਰਖ ਕੇ ਜਿਹੜੀ ਗੁਰਦੁਆਰਾ ਸਾਹਿਬ ਲਿਆਂਦੀ ਜਾਂਦੀ ਹੈ, ਤੇ ਜਦੋਂ ਸਤਿਗੁਰੂ ਸਾਹਿਬ ਦੇ ਪ੍ਰਚਾਰ ਦੀ ਗੱਲ ਆਉਂਦੀ ਤਾਂ ਉਦੋਂ ਸਿੱਖ ਕਿਵੇਂ ਢਿੱਲਾ ਪੈਂਦਾ? ਦੇਖੋ ਜੀ, ਇਮਾਰਤ ਵਾਸਤੇ ਅਸੀਂ ਬੜਾ ਧਿਆਨ ਦਿੰਦੇ ਹਾਂ ਵੀ ਚੰਗੀ ਤੋਂ ਚੰਗੀ ਵਧੀਆ ਇੱਟ ਲਾਓ ਉੱਥੇ, ਹਾਂਜੀ, ਵਧੀਆ ਤੋਂ ਵਧੀਆ ਸੰਖਮਰਮਰ ਜਿਹੜਾ ਕੋਈ ਪੱਥਰ ਉਹ ਲਾਇਆ ਜਾਵੇ ਉੱਥੇ, ਚੰਗੀ ਤੋਂ ਚੰਗੀ ਵਧੀਆ ਲੱਕੜ ਲਿਆ ਕੇ ਲਾਈ ਜਾਵੇ, ਵਧੀਆ ਤੋਂ ਵਧੀਆ ਸ਼ੀਸ਼ਾ ਲਿਆ ਕੇ ਲਾਇਆ ਜਾਵੇ। ਹਾਂਜੀ, ਤੇ ਜਦੋਂ ਉੱਥੇ ਗ੍ਰੰਥੀ ਸਾਹਿਬ ਰੱਖਣ ਦੀ ਗੱਲ ਆਉਂਦੀ ਆ ਜਾਂ ਰਾਗੀ ਸਾਹਿਬਾਨ ਰੱਖਣ ਦੀ ਜਾਂ ਕਥਾਵਾਚਕ ਰੱਖਣ ਦੀ ਲੋੜ ਪੈਂਦੀ ਆ ਨਾ, ਉਦੋਂ ਅਸੀਂ ਸੋਚਦੇ ਹਾਂ ਵੀ ਜਿਹੜਾ ਸਾਡੇ ਕੋਲ ਕੁਝ ਵੀ ਨਾ ਲਵੇ, ਉਹ ਸਾਨੂੰ ਚਾਹੀਦਾ। ਹਾਂਜੀ, ਫਿਰ ਉੱਥੇ ਦੇਖੋ ਫਿਰ ਪ੍ਰਚਾਰ ਕੇਂਦਰ ਕਿਵੇਂ ਅਸੀਂ, ਮੈਂ ਫਿਰ ਇੱਥੇ ਸਮਝਦਾ ਵੀ ਇੱਥੇ ਫਿਰ ਸਾਡੀ ਸੰਗਤ ਦਾ ਵੀ ਕਸੂਰ ਹੈ। ਬਿਲਕੁਲ ਹੋਵੇਗਾ ਨਾ, ਬਿਲਕੁਲ ਜੀ, ਬਿਲਕੁਲ। ਜੇ ਪ੍ਰਬੰਧਕ ਸੰਗਤ ਦਾ ਕਸੂਰ ਇਸ ਤਰ੍ਹਾਂ ਹੋ ਸਕਦਾ, ਹੁਣ ਥੋੜਾ ਜਿਹਾ ਮੈਂ ਇਤੋਂ ਵਿਸ਼ੇ ਤੋਂ ਥੋੜਾ ਬਾਹਰ ਹੋਣ ਲੱਗਾ ਵੀ ਜਿਵੇਂ ਗਾਇਕ ਨੇ ਸਾਡੇ ਹਰਭਜਨ ਮਾਨ, ਹਾਂਜੀ, ਦਲੇਰ ਮਹਿੰਦੀ ਆ, ਤੇ ਇਹ ਜਿਹੜੇ ਲੋਕ ਨੇ ਸਾਡੇ, ਇਹ ਸਾਡੇ ਰਾਗੀਆਂ ਦੇ ਮੁੰਡੇ ਤੇ ਰਾਗੀ ਸੀ, ਕਵੀਸ਼ਰ ਸਨ, ਢਾਡੀ ਸਨ ਲੋਕ। ਹਾਂਜੀ, ਅੱਜ ਇਸ ਪਾਸੇ ਕਿਉਂ ਚਲੇ ਗਏ? ਸਾਡਾ ਹੀ ਕਾਰਨ ਬਣਿਆ ਨਾ, ਬਿਲਕੁਲ ਚਲੇ ਗਏ, ਅਸੀਂ ਇਹਨਾਂ ਨੂੰ ਸੰਭਾਲਿਆ ਨਹੀਂ। ਜੇ ਇਹਨਾਂ ਨੂੰ ਸੰਭਾਲ ਲੈਂਦੇ ਤੇ ਅੱਜ ਸਾਡੇ ਚੰਗੇ ਪ੍ਰਚਾਰਕ ਬਣ ਸਕਦੇ ਸੀ। ਅੱਜ ਉਹਨਾਂ ਨੂੰ ਹੁਣ ਅਸੀਂ ਲੱਖਾਂ ਦੇ ਰਹੇ ਹਾਂ, ਲੱਖਾਂ ਉਹਨਾਂ ਨੂੰ ਦੇਈ ਜਾਂਦੇ ਹਾਂ, ਹੁਣ ਉਹ ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਵੀ ਕਰ ਰਹੇ ਆ। ਅੱਛਾ, ਮੇਰੀ ਗੱਲ ਸੁਣੋ, ਇੱਥੇ ਹੀ ਜਿੱਥੇ ਤੁਸੀਂ ਕਰਦੇ ਹੋ ਵੀ ਜਦੋਂ ਗੁਰਦੁਆਰਾ ਸਾਹਿਬ ਅੰਦਰ ਪ੍ਰਚਾਰਕ ਰੱਖਣ ਦੀ ਗੱਲ ਆਉਂਦੀ ਤਾਂ ਉਦੋਂ ਅਸੀਂ ਮਤਲਬ ਢਿੱਲੇ ਹੋ ਜਾਂਦੇ ਵੀ ਸਾਨੂੰ ਮੁਫਤ ਵਾਲਾ ਬੰਦਾ ਚਾਹੀਦਾ, ਫਰੀ ਵਾਲਾ ਚਾਹੀਦਾ। ਬਿਲਕੁਲ ਬਿਲਕੁਲ। ਜਿਸ ਨੇ ਸਾਡੀ ਜੜ ਵਿੱਚ ਸਿੱਖੀ ਦਾ ਬੀਜ ਕੇ ਤੇ ਪਾਣੀ ਪਾਉਣਾ ਸੀ ਜੀ, ਅਸੀਂ ਉਹਨੂੰ ਕਮਜ਼ੋਰੀ ਵਿਖਾਉਂਦੇ ਆ ਤੇ ਲੱਭਦੇ ਵੀ ਉਹ ਆ ਵੀ ਜਿਹੜਾ ਸਾਡੇ ਸਾਹਮਣੇ ਬੋਲੇ ਨਾ, ਬਿਲਕੁਲ ਸੱਚ ਨਾ ਬੋਲੇ। ਹਾਂਜੀ ਹਾਂਜੀ। ਦੂਜੀ ਗੱਲ ਇਹ ਹੈ, ਜਦੋਂ ਉਹ ਬੋਲੇਗਾ ਸੱਚ ਨਹੀਂ, ਬਾਣੀ ਦੀ ਗੱਲ ਹੀ ਨਹੀਂ ਸਿੱਖਾਂ ਤੱਕ ਪਹੁੰਚਾਏਗਾ ਤਾਂ ਸਿੱਖ ਤਕੜਾ ਕਿੱਥੋਂ ਹੋਏਗਾ? ਜੀ ਜੀ। ਤੁਸੀਂ ਹੁਣੇ ਸਮੇਂ ਗੱਲ ਕੀਤੀ ਸੀ ਭਾਈ ਵੀਰ ਸਿੰਘ ਤੇ ਭਾਈ ਤੀਰ ਸਿੰਘ ਦੀ, ਉਹ ਕਰੜੇ ਸਨ, ਬਿਲਕੁਲ ਕਰੜੇ ਜੋਸੇ ਵਾਲੇ ਸਨ। ਕਿਉਂ? ਉਹਨਾਂ ਦੇ ਅੰਦਰ ਬਾਣੀ ਗਈ ਸੀ ਨਾ।
ਹੁਣ ਸਿੱਖਾਂ ਨੇ ਬਹੁਤਾ ਧਿਆਨ ਇਮਾਰਤਾਂ ਵੱਲ ਦਿੱਤਾ ਹੈ ਜੀ, ਬਾਣੀ ਵੱਲ ਬਿਲਕੁਲ ਨਹੀਂ ਦਿੱਤਾ। ਇੱਥੇ ਮੈਨੂੰ ਇਹ ਗੱਲ ਦੱਸੋ ਵੀ ਅੱਜ ਸਿੱਖ ਨੂੰ ਜ਼ਿਆਦਾ ਧਿਆਨ ਦੇਣ ਦੀ ਕਿਸ ਪਾਸੇ ਲੋੜ ਹੈ ਤੇ ਕਿਉਂ ਲੋੜ ਹੈ? ਦੇਖੋ ਜੀ, ਗੁਰੂ ਮਹਾਰਾਜ ਸਾਹਿਬ ਨੇ ਗੁਰੂ ਘਰ ਬਣਾਏ ਸਨ, ਜਿਹੜਾ ਅੱਜ ਨਿਸ਼ਾਨ ਸਾਹਿਬ ਗੁਰੂ ਘਰ ਵਿੱਚ ਝੁਲਦਾ ਨਾ, ਜਾਂ 4 ਦਰਵਾਜ਼ੇ ਗੁਰੂ ਘਰ ਦੇ ਨੇ, ਬਿਲਕੁਲ ਜੀ, ਉਹਦਾ ਪ੍ਰਤੀਕ ਸੀ ਵੀ ਕੋਈ ਭੁੱਲਿਆ ਭਟਕਿਆ ਰਾਹੀ, ਹਾਂਜੀ, ਜਿਹਨੂੰ ਕਿਤੇ ਵਿਸ਼ਰਾਮ ਦੀ ਜਗ੍ਹਾ ਨਹੀਂ ਮਿਲ ਰਹੀ, ਹਾਂਜੀ, ਜਾਂ ਜਿਹਨੂੰ ਲੰਗਰ ਦੀ ਲੋੜ ਆ ਤੇ ਆਤਮਿਕ ਖੁਰਾਕ ਦੀ ਲੋੜ ਆ, ਉਹ ਇੱਥੇ ਆ ਜਾਏ ਤੇ ਉਹਨੂੰ ਰਹਿਣ ਬਸੇਰਾ ਵੀ ਮਿਲ ਜੂਗਾ, ਉਹਨੂੰ ਦਵਾਈ ਬੂਟੀ ਵੀ ਇੱਥੋਂ ਮਿਲ ਸਕਦੀ ਆ, ਉਹਨੂੰ ਆਤਮਿਕ ਖੁਰਾਕ ਵੀ ਮਿਲ ਸਕਦੀ ਆ, ਹਾਂਜੀ। ਪਰ ਅੱਜ ਅਸੀਂ ਇਮਾਰਤਾਂ ਜਿਹੜੀਆਂ ਨੇ ਉੱਚੀਆਂ ਜ਼ਰੂਰ ਕਰ ਦਿੱਤੀਆਂ, ਨਿਸ਼ਾਨ ਵੀ ਅਸੀਂ ਝੁਲਾਉਣੇ ਪਏ ਆ, ਪਰ ਜਿਹੜਾ ਸਿੱਖ ਧਰਮ ਦਾ ਨਿਯਮਨ ਜਿਹੜਾ ਉਹ ਸਾਡੇ ਕੋਲ ਨਹੀਂ ਰਿਹਾ। ਅਸੀਂ ਪ੍ਰਬੰਧਕ ਸ਼੍ਰੇਣੀ ਵੀ ਵਿੱਚੇ, ਮੈਂ ਕਹਿ ਰਿਹਾ, ਮੈਂ ਵੀ ਖੁਦ ਵਿੱਚੇ ਹੀ ਆ ਇਸ ਲਾਣੇ ਦੇ ਵਿੱਚ, ਕਿਉਂਕਿ ਜੇ ਸਾਨੂੰ 4 ਪੈਸੇ ਚੰਗੇ ਗ੍ਰੰਥੀ ਨੂੰ ਅਸੀਂ ਜਾਂ ਕਥਾਵਾਚਕ ਨੂੰ ਨਹੀਂ ਦੇ ਸਕਦੇ, ਕਿਉਂਕਿ ਉਹ ਰਹੇਗਾ ਵੀ ਉੱਥੇ ਫਿਰ ਉਹੀ ਘੱਟ ਪੈਸਿਆਂ ਵਾਲਾ ਜਿਹਨੂੰ ਕੁਝ ਨਹੀਂ ਆਉਂਦਾ ਹੋਏਗਾ, ਹਾਂਜੀ ਹਾਂਜੀ, ਜਿਹਨੇ ਕੋਈ ਸਟੱਡੀ ਨਹੀਂ ਕੀਤੀ ਹੋਊਗੀ, ਜਿਹੜਾ ਕਹੂਗਾ ਵੀ ਕੋਈ ਨਹੀਂ, ਜਿਵੇਂ ਸਵੇਰੇ 5 ਬਾਣੀਆਂ ਨਿਤਨੇਮ ਕੀਤਾ, ਸ਼ਾਮ ਨੂੰ ਰਹਿਰਾਸ ਸਾਹਿਬ ਕੀਤੀ, ਠੀਕ ਆ ਜੀ, ਹਾਂਜੀ, ਜਾਂ ਕੇਵਲ ਅਖਰੀ ਅਰਥ ਸ਼ਬਦ ਦੇ ਕਰ ਦਿੱਤੇ, ਬਸ ਠੀਕ ਆ ਜੀ। ਬਾਕੀ ਮਤਲਬ ਜੇ ਉਹਨੇ ਸਿਧਾਂਤ ਜੇ ਦ੍ਰਿੜ ਕਰਾਊਗਾ ਸੰਗਤ ਨੂੰ, ਹਾਂਜੀ, ਸਿਧਾਂਤ ਤੇ ਉਹੀ ਦ੍ਰਿੜ ਕਰਾਊ ਨਾ ਜਿਹਨੇ ਸਿਧਾਂਤ ਪੜ੍ਹਿਆ ਵਾ, ਸਿੱਖਿਆ ਵਾ, ਜੀਵਨ ਵਿੱਚ ਕਮਾਇਆ ਵਾ, ਹਾਂਜੀ, ਤੇ ਜਿਹਨੇ ਕਮਾਇਆ ਵਾ ਜਾਂ ਸਿੱਖਿਆ, ਜਿਹਨੇ ਸਟੱਡੀ ਕੀਤੀ, 4 ਸਾਲ 10 ਸਾਲ ਮਿਹਨਤ ਕੀਤੀ ਆ, ਹੁਣ ਉਹ ਤੁਹਾਡੇ ਕੋਈ 2000 2,500 ਰੁਪਏ ਤੇ ਰਹੇਗਾ ਨਹੀਂ, ਬਿਲਕੁਲ ਜੇਗਾ ਨਹੀਂ, ਕਿਉਂਕਿ ਉਹਦੇ ਬੱਚੇ ਪੜ੍ਹਦੇ, ਉਹਦੀਆਂ ਵੀ 100 ਲੌੜਾਂ ਨੇ। ਹੁਣ ਈਸਾਈਅਤ ਆ, ਉਹ ਜਦੋਂ ਪ੍ਰਚਾਰਕ ਰੱਖਦੀ ਆ, ਪ੍ਰਚਾਰਕ ਨੀਅਤ ਕਰਦੀ ਆ, ਤੇ ਉਸ ਪ੍ਰਚਾਰਕ ਦਾ ਇਹ ਤੋਂ ਲੈ ਕੇ ਜੜ ਤੱਕ, ਯਾਨੀ ਕਿ ਘਰ ਪਰਿਵਾਰ ਬੱਚਿਆਂ ਦਾ ਸਾਰਾ ਖਰਚਾ ਚੁੱਕਦੀ ਆ, ਤੇ ਉਹਦਾ ਕੇਵਲ ਏਮ ਹੁੰਦਾ ਵੀ ਮੈਂ ਆਪਣੇ ਧਰਮ ਦਾ ਪ੍ਰਚਾਰ ਕਰਨਾ। ਸਾਧ ਸੰਗਤ ਜੀ ਵੇਖੋ, ਮੈਂ ਇੱਥੇ ਭਾਈ ਸਾਹਿਬ ਨਾਲ ਵਿਚਾਰ ਕਰਦੇ ਇੱਕ ਗੱਲ ਤੇ ਮੇਰੇ ਮਨ 'ਚ ਵੀ ਮਹਿਸੂਸ ਹੋਇਆ ਵੀ ਸਾਡਾ ਕਸੂਰ ਕਿਤੇ ਨਾ ਕਿਤੇ ਜ਼ਿਆਦਾ ਹੈ। ਆਪਾਂ ਪ੍ਰਬੰਧ ਚੁਣਨ ਵਿੱਚ ਵੀ, ਗਰਾਈ ਦੇਣ ਵਿੱਚ ਵੀ, ਸੇਵਾ ਕਰਨ ਵਿੱਚ ਵੀ ਅਸੀਂ ਕਿਤੇ ਨਾ ਜ਼ਿੰਮੇਵਾਰ ਹੁੰਦੇ। ਅਸੀਂ ਧਿਆਨ ਦਿੱਤਾ ਲੰਗਰਾਂ ਵੱਲ, ਖੀਰਾਂ ਵੱਲ, ਜਲੇਬੀਆਂ ਵੱਲ, ਇਹ ਚੀਜ਼ਾਂ ਗੁਰਦੁਆਰੇ 'ਚ ਹੋਣੀਆਂ ਚਾਹੀਦੀਆਂ ਨੇ। ਜੇ ਇਹ ਗੁਰਦੁਆਰੇ 'ਚ ਕਹਿੰਦੇ ਨਾ ਬਣ ਤੇ ਕਹਿੰਦੇ ਲੰਗਰ ਸਵਾਦ ਨਹੀਂ ਲੱਗਦਾ, ਕਿਉਂ ਸਾਡੀ ਸੋਚ ਲੰਗਰਾਂ ਵੱਲ ਚਲੀ ਗਈ? ਮੈਂ ਇਹ ਨਹੀਂ ਕਹਿੰਦਾ ਗੁਰੂ ਘਰ 'ਚ ਲੰਗਰ ਨਹੀਂ ਹੋਣਾ ਚਾਹੀਦਾ, ਹੋਣਾ ਚਾਹੀਦਾ ਹੈ। 2 ਲੰਗਰ ਸਿੱਖ ਦੇ ਸਿਧਾਂਤ ਅੰਦਰ ਗੁਰਬਾਣੀ ਨੇ ਆਖਿਆ ਹਰ ਵੇਲੇ ਚੱਲਦੇ, ਇੱਕ ਲੰਗਰ ਦੌਲਤ ਦਾ, ਇੱਕ ਲੰਗਰ ਸ਼ਬਦ ਦਾ, ਇਹ ਹਰ ਵੇਲੇ ਚੱਲਦਾ ਹੈ। ਪਰ ਕੀ ਕਾਰਨ ਭਾਈ ਸਾਹਿਬ, ਸਾਡੀ ਕੌਮ ਦੇ ਅੰਦਰ ਜਿਹੜਾ ਸ਼ਬਦ ਦਾ ਲੰਗਰ ਹੈ ਉਹ ਗੁਰਦੁਆਰਿਆਂ ਅੰਦਰੋਂ ਘਟ ਗਿਆ, ਤੇ ਬਾਕੀ ਜਿਹੜਾ ਲੰਗਰ ਦੁਨੀਆ ਜਿਹਦੇ ਸਿੱਖ ਕੌਮ ਜਿਹਦੇ ਮਗਰ ਆਪਣਾ ਅਨੰਤ ਪੈਸਾ ਵੱਲ ਜਿਹੜੀ ਹੈ ਉਹ ਰੋੜੀ ਜਾ ਰਹੀ ਹੈ, ਜਾਂ ਇਮਾਰਤਾਂ ਵੱਲ ਦੀ ਜਾ ਰਹੀ ਹੈ ਵੀ ਅਸੀਂ ਬਸ ਸੋਨਾ ਲਾ ਦਈਏ, ਇਮਾਰਤ ਚੰਗੀ ਸੰਗਮਰਮਰ ਲਾ ਦਈਏ, ਤੇ ਮੈਂ ਇਹ ਨਹੀਂ ਵੇਖਦਾ ਵੀ ਮੇਰੀ ਕੌਮ ਦੇ ਕਿੰਨੇ ਬੱਚੇ ਜਿਹੜੇ ਨੇ ਅੱਜ ਉਹ ਪਤਤ ਹੋ ਗਏ ਨੇ। ਮੈਂ ਇਹ ਕਿਉਂ ਨਹੀਂ ਵੇਖਦਾ ਕਿ ਮੇਰੇ ਕਿੰਨੇ ਬੱਚੇ ਕੌਮ ਦੇ ਜਿਹੜੇ ਨੇ ਅੱਜ ਉਹ ਪੜ੍ਹਾਈ ਤੋਂ ਵਾਂਝੇ ਹੋ ਗਏ ਨੇ, ਮੈਂ ਇੱਧਰ ਧਿਆਨ ਕਿਉਂ ਨਹੀਂ ਦੇ ਰਿਹਾ? ਇਹਦਾ ਕਾਰਨ ਕੀ ਹੈ? ਦੇਖੋ ਜੀ, ਜੇ ਸਾਡੀ ਪ੍ਰਬੰਧਕ ਸ਼੍ਰੇਣੀ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਪ੍ਰਬੰਧ ਕਰਨਾ ਗੁਰਦੁਆਰਿਆਂ ਦਾ ਸ਼ੁਰੂ ਕਰ ਦੇਵੇ ਨਾ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਾਂ ਗੁਰੂ ਘਰ ਦੇ ਰਹਿਤਨਾਮਿਆਂ ਦਾ ਇਹ ਨਿਯਮ ਆ, ਬੋਲ ਨੇ ਵੀ ਗਰੀਬ ਦਾ ਮੁੱਖ ਗੁਰੂ ਦੀ ਗੋਲਕ, ਤੇ ਜੇ ਉਸ ਗੋਲਕ ਨੂੰ ਸਹੀ ਢੰਗ ਨਾਲ ਵਰਤਣਾ ਸ਼ੁਰੂ ਕਰ ਦਈਏ ਨਾ, ਤੇ ਫਿਰ ਸਾਡੇ ਬੱਚਿਆਂ ਦੀ ਪੜ੍ਹਾਈ, ਬੱਚਿਆਂ ਦੇ ਜੇ ਕਿਸੇ ਦਾ ਕੋਈ ਢਿੱਲਾ ਮੱਠਾ ਕੋਈ ਸਰੀਰ ਹੁੰਦਾ, ਦਵਾ ਦਾਰੂ ਦੀ ਲੋੜ ਪੈਂਦੀ ਆ, ਅਨੇਕਾਂ ਸਾਡੇ ਦਸਤਕਾਰੀ ਜਿਹੜੇ ਕੰਮ ਨੇ ਉਹ ਸਾਰੇ ਦੇ ਸਾਰੇ ਜਿਹੜੇ ਬਿਲਕੁਲ ਸਾਡੇ ਨੋਰਮਲ ਠੀਕ ਹੋ ਸਕਦੇ ਆ। ਬਿਲਕੁਲ ਜੀ, ਸਿੱਖ ਧਰਮ ਦਾ ਬਹੁਤ ਵੱਡਾ, ਸਾਡਾ ਇਕੱਲਾ ਸਿੱਖ ਧਰਮ ਦਾ ਨਹੀਂ, ਮਤਲਬ ਮੈਂ ਕਹਾਂਗਾ ਵੀ ਸਰਬੱਤ ਦਾ ਭਲਾ ਇਹਦੇ ਵਿੱਚ ਹੋ ਸਕਦਾ। ਜਿਹੜਾ ਗੁਰੂ ਨਾਨਕ ਘਰ ਦਾ ਸਿਧਾਂਤ ਆ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਸਰਬੱਤ ਦਾ ਭਲਾ ਤੇ ਤਾਂ ਹੀ ਹੋਏਗਾ ਨਾ ਜੇ ਅਸੀਂ ਉਹਨੂੰ ਗੋਲਕ ਦੇ ਸਹੀ ਢੰਗ ਨਾਲ ਵਰਤੋਂ ਕਰਾਂਗੇ। ਜਾਂ ਜਿਹੜੀ ਸਾਨੂੰ ਗੁਰੂ ਘਰ ਵਿੱਚ ਪਦਵੀ ਮਿਲੀ ਆ, ਜੇ ਉਹ ਗ੍ਰੰਥੀ ਦੀ ਪਦਵੀ ਆ, ਉਹਨੂੰ ਬਾਬਾ ਬੁੱਢਾ ਸਾਹਿਬ ਤੋਂ ਅਸੀਂ ਸ਼ੁਰੂ ਕਹਿੰਦੇ ਹਾਂ, ਠੀਕ ਹੈ ਜੀ। ਜੇ ਪ੍ਰਚਾਰਕ ਦੀ ਪਦਵੀ ਆ ਤੇ ਭਾਈ ਗੁਰਦਾਸ ਸਾਹਿਬ ਜੀ ਬਹੁਤ ਵੱਡੇ ਗੁਰੂ ਘਰ ਦੇ ਵੇਦ ਵਿਆਸ ਪ੍ਰਚਾਰਕ ਹੋਏ ਨੇ। ਬਿਲਕੁਲ, ਇਹਨਾਂ ਦੇ ਸਿਧਾਂਤ ਨੂੰ ਲੈ ਕੇ ਅਸੀਂ ਸਮਝੀਏ ਵੀ ਅਸੀਂ ਜੇ ਪ੍ਰਚਾਰ ਕਰ ਰਹੇ ਹਾਂ ਜਾਂ ਗ੍ਰੰਥੀ ਦੀ ਸੇਵਾ ਕਰ ਰਹੇ ਹਾਂ, ਵੀ ਸਾਨੂੰ ਉਹਨਾਂ ਵਰਗਾ ਵਾਕਿਆ ਸਾਨੂੰ ਆਪਣਾ ਜੀਵਨ ਵੀ ਬਣਾਉਣਾ ਚਾਹੀਦਾ, ਵੀ ਸਾਡੇ ਜੀਵਨ ਤੋਂ ਸੰਗਤ ਆਈ ਹੋਈ ਜਿਹੜੀ ਆ, ਜਾਂ ਬਾਹਰੋਂ ਹੋਰ ਦੇਸਾਂ ਵਿਦੇਸਾਂ ਤੋਂ ਲੋਕ ਆਏ ਹੋਏ, ਜਿਹੜੇ ਹੋਰ ਧਰਮਾਂ ਦੇ ਵੀ ਲੋਕ ਆਏ ਹੋਏ, ਕੁਝ ਸਿੱਖਿਆ ਲੈ ਸਕਣ। ਅੱਛਾ ਭਾਈ ਸਾਹਿਬ, ਸਾਨੂੰ ਮੈਂ 1 ਮਿੰਟ ਦੇ ਵਿੱਚ ਸਾਨੂੰ ਆਖਰੀ ਸਵਾਲ ਹੈ, ਮੈਨੂੰ ਇਹ ਜਿਹੜਾ ਜਵਾਬ ਦਿਓ ਵੀ ਸਿੱਖ ਸੰਗਤ ਨੂੰ ਤੁਸੀਂ ਆਪਣੇ ਨਿੱਜੀ ਤੌਰ ਤੇ, ਸਾਰੀ ਸਿੱਖ ਸੰਗਤ ਜਿਹੜੀ ਇਹ ਸ਼ੋਅ ਵੇਖ ਰਹੀ ਹੈ, ਉਹਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਤੁਸੀਂ ਜਦੋਂ ਆਪਣੇ ਆਊਟ ਆਫ ਮਤਲਬ ਤੁਸੀਂ ਕਹਿੰਦੇ ਆਪਣੇ UK ਅਮਰੀਕਾ ਕਿਤੇ ਤੁਸੀਂ ਬੈਠੇ ਵੇਖ ਰਹੇ ਹੋ, ਤੁਸੀਂ ਜਦੋਂ ਇੱਧਰ ਪੰਜਾਬ ਵਿੱਚ ਆਉਣਾ ਤਾਂ ਤੁਹਾਡਾ ਉਦੋਂ ਮੇਨ ਫਰਜ਼ ਕੀ ਹੋਵੇ? ਦੇਖੋ ਜੀ, ਮੈਂ ਤੇ ਇਹ ਮੈਸੇਜ ਦੇਣਾ ਚਾਹਾਂਗਾ ਸਾਰੇ
ਸਿੱਖ ਸੰਗਤ ਨੂੰ ਔਰ ਸਾਰੀ ਲੋਕਾਈ ਨੂੰ ਹੀ ਵੀ ਭਾਵੇਂ ਉਹ ਇੰਡੀਆ ਦੇ ਵਿੱਚ ਰਹਿਣ ਵਾਲਾ ਜਾਂ ਉਹ ਵਿਦੇਸ਼ਾਂ ਦੇ ਵਿੱਚ ਰਹਿਣ ਵਾਲਾ ਵਾ, ਹਾਂਜੀ, ਜਿੱਥੇ ਵੀ ਅਸੀਂ ਗੁਰੂ ਘਰ ਬਣਾਉਣਾ ਵਾ, ਹਾਂਜੀ, ਜਾਂ ਗੁਰੂ ਘਰ ਬਣਿਆ ਹੋਇਆ, ਬਿਲਕੁਲ ਜੀ, ਉਹਦੀ ਇਮਾਰਤ ਦੀ ਜਿਹੜੀ ਵਰਤੋਂ ਆ, ਹਾਂਜੀ, ਉਹ ਸਿੱਖੀ ਪ੍ਰਚਾਰ ਪ੍ਰਸਾਰ ਵਾਸਤੇ ਹੋਵੇ। ਬਿਲਕੁਲ ਜੀ। ਔਰ ਉੱਥੇ ਦੀ ਜਿਹੜੀ ਗੋਲਕ ਆ, ਉਹਦਾ ਜਿਹੜਾ ਵਰਤਨ ਦਾ ਢੰਗ ਜਿਹੜਾ ਵਾ, ਉਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਮੁਤਾਬਕ ਅਸੀਂ ਉਹਨੂੰ ਬਣਾਈਏ ਵੀ ਗਰੀਬ ਦਾ ਮੋਹ ਗੁਰੂ ਦੀ ਗੋਲਕ, ਜਿਵੇਂ ਪਹਿਲਾਂ ਕਿਹਾ। ਹਾਂਜੀ। ਔਰ ਜਦੋਂ ਵੀ ਅਸੀਂ ਗੁਰੂ ਘਰ ਵਿੱਚ ਜਾਈਏ, ਹਾਂਜੀ, ਤੇ ਗੁਰੂ ਘਰ ਵਿੱਚ ਵੀ ਅਸੀਂ ਜਾਣ ਦਾ ਇਹੋ ਜਿਹਾ ਢੰਗ ਅਪਣਾਈਏ ਵੀ ਇੱਥੇ ਬਿਲਕੁਲ ਨਾ ਅਸੀਂ ਸਾਦੇਪਨ ਨਾਲ ਆਉਣਾ, ਔਰ ਇੱਥੇ ਜਿਹੜੇ ਗੁਰੂ ਮਹਾਰਾਜ ਸਾਹਿਬ ਦੀ ਕੋਈ ਇਤਿਹਾਸਕ ਘਟਨਾ ਹੋਈ ਆ ਜਾਂ ਜਿੱਥੇ ਮਹਾਰਾਜ ਸਾਹਿਬ ਦੇ ਚਰਨ ਪਏ ਆ, ਇੱਥੇ ਦਾ ਇਤਿਹਾਸ ਕੀ, ਉਹ ਤੋਂ ਸਿੱਖਿਆ ਲੈਣੀ ਚਾਹੀਦੀ ਆ। ਇੱਕ ਛੋਟੀ ਜਿਹੀ ਮੈਂ ਬੇਨਤੀ ਜ਼ਰੂਰ ਕਰੂੰਗਾ ਹਾਂਜੀ, ਵੀ ਇਹ ਕਿਸੇ ਨਾ, ਮੈਂ ਅਸਥਾਨ ਤੇ ਸੇਵਾ ਕਰਨ ਵਾਸਤੇ ਗਿਆ ਪਿੱਛੇ ਜੇ, ਮੈਂ ਡੇਰੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਹੈ ਤੇ ਉਹ ਬਾਹਰੀ ਤੌਰ ਤੇ ਅਸੀਂ ਕਹਾਂਗੇ ਵੀ ਡੇਰਾਦਾਰ ਕਹਾਂਗੇ, ਪਰ ਉੱਥੇ ਮੈਨੂੰ ਇੱਕ ਦੋ ਗੱਲਾਂ ਉਹਨਾਂ ਦੀਆਂ ਇੰਨੀਆਂ ਸੋਹਣੀਆਂ ਲੱਗੀਆਂ ਵੀ ਜੀ, ਮੈਂ ਬੜਾ ਪ੍ਰਭਾਵਿਤ ਹੋਇਆ ਇਹਨਾਂ ਗੱਲਾਂ। ਹਾਂਜੀ। ਉੱਥੇ ਜਦੋਂ ਤੇ ਕੋਈ ਇਤਿਹਾਸਕ ਦਿਨ ਜਾਂ ਕੋਈ ਜੋੜ ਮੇਲਾ ਉਹਨਾਂ ਦਾ ਮਹੀਨੇ ਬਾਅਦ ਮਨਾਇਆ ਜਾਂਦਾ, ਹਾਂਜੀ, ਉਸ ਦਿਨ ਤੇ ਦੋ ਕੰਮ ਉਹਨਾਂ ਦੇ ਮੈਂ ਦੇਖੇ ਬੜੇ ਵਧੀਆ ਕੀਤੇ ਜਾਂਦੇ। ਇੱਕ ਤੇ ਉਸ ਦਿਨ ਤੇ ਉੱਥੇ ਲੰਗਰ ਨਹੀਂ ਬਣਾਇਆ ਜਾਂਦਾ। ਅੱਛਾ ਜੀ। ਸਬਜ਼ੀ ਭਾਜੀ ਉੱਥੇ ਬਣਦੀ ਆ, ਲੰਗਰ ਨਹੀਂ ਬਣਾਇਆ ਜਾਂਦਾ, ਪ੍ਰਸ਼ਾਦੇ ਨਹੀਂ ਪਕਾਏ ਜਾਂਦੇ। ਉਹ ਕਹਿੰਦੇ ਵੀ ਘਰੋਂ ਲੈ ਕੇ ਆਓ। ਮੈਂ ਪੁੱਛਿਆ ਵੀ ਇਹਦਾ ਕਾਰਨ? ਅੱਛਾ। ਉਹ ਕਹਿੰਦੇ ਵੀ ਬੀਬੀਆਂ ਜਿਹੜੀਆਂ ਨੇ ਉਸ ਟਾਈਮ ਤੇ ਲੰਗਰ ਬਣਾਉਣ ਚਲ ਜਾਂਦੀਆਂ, ਤੇ ਉੱਥੇ ਲੋਹ ਦੇ ਉੱਤੇ ਹੀ ਗੱਲਾਂ ਬਾਤਾਂ ਚੋਲੀਆਂ ਦਿੰਦੀਆਂ ਕਰੀ ਜਾਂਦੀ, ਤੇ ਦੀਵਾਨ ਵਿੱਚ ਕੋਈ ਬੈਠਦਾ ਨਹੀਂ। ਅੱਛਾ। ਵੀ ਮੈਂ ਜਿਹੜਾ ਮਨੋਰਥ ਪਾਓ ਉਸ ਵਾਸਤੇ ਤੇ ਅਸੀਂ ਜੁੜਦੇ ਨਹੀਂ। ਹਾਂਜੀ। ਦੂਜੀ ਗੱਲ ਉੱਥੇ ਦੇਖਣ ਨੂੰ ਮਿਲੀ ਵੀ ਜਿੰਨੇ ਵੀ ਆਉਣਾ ਇਸ ਘਰ ਵਿੱਚ, ਗੁਰਦੁਆਰਾ ਸਾਹਿਬ ਦੇ ਦੀਵਾਨ ਦੇ ਵਿੱਚ ਆਉਣਾ ਵਾ, ਤੇ ਉਹ ਬਿਲਕੁਲ ਭਾਈ ਹੋਵੇ ਭਾਵੇਂ ਬੀਬੀ ਹੋਵੇ, ਉਹ ਸਾਦੇ ਬਸਤਰ, ਚਿੱਟੇ ਬਸਤਰ ਪਾ ਕੇ ਆਉਣ। ਠੀਕ। ਕੋਈ ਰੰਗਦਾਰ ਬਸਤਰ ਨਾ ਹੋਵੇ। ਕਹਿੰਦੇ ਵੀ ਉੱਥੇ ਦੀਵਾਨ ਦੇ ਵਿੱਚ ਵੀ ਬੈਠਿਆਂ ਇੱਕ ਪਾਸੇ ਕੀਰਤਨ ਹੋ ਰਿਹਾ ਹੁੰਦਾ ਜਾਂ ਕਥਾ ਹੋ ਰਹੀ ਹੁੰਦੀ ਆ, ਉਹ ਸੂਟ ਫੜ ਦੇਖੀ ਜਾ ਰਹੀਆਂ ਹੁੰਦੀਆਂ ਇਹ ਕਿਹੜੇ ਰੰਗ ਦਾ ਪਾਇਆ ਬਣਾਇਆ ਕਿੱਦਾਂ। ਕਹਿੰਦੇ ਇਹ ਵੀ ਚੀਜ਼ਾਂ ਸਾਡੀਆਂ ਬੜੀਆਂ ਨੋਟ ਕਰਨ ਵਾਲੀਆਂ। ਸੋ ਭਾਈ ਸਾਹਿਬ ਜੀ, ਤੁਹਾਡਾ ਸਟੂਡੀਓ ਵਿੱਚ ਪਹੁੰਚੇ ਤੇ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਬੁੱਲੇ ਵਿਚਾਰਾਂ ਨਾਲ ਸਾਰੀ ਸੰਗਤ ਨੂੰ ਨਿਹਾਲ ਕੀਤਾ ਹੈ। ਸੋ ਬਹੁਤ ਬਹੁਤ ਧੰਨਵਾਦ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।